ਲੋਕ ਮਸਲੇ ਚੈਨਲ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਬਿੱਲਾਂ ਦਾ ਵਿਰੋਧ ਕਿਸਾਨਾਂ ਵੱਲੋਂ ਹੀ ਨਹੀਂ ਬਲਕਿ ਕਲਾਕਾਰਾਂ ਵੱਲੋਂ ਵੀ ਸਖਤ ਕੀਤਾ ਜਾ ਰਿਹਾ ਹੈ। ਅਲੱਗ-ਅਲੱਗ ਥਾਵਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਗਾਏ ਜਾ ਰਹੇ ਨੇ, ਜਿਸ ਵਿੱਚ ਪੰਜਾਬੀ ਗਾਇਕ ਤੇ ਫਿਲਮੀ ਕਲਾਕਾਰ ਆਪਣੀ ਆਵਾਜ਼ ਕਿਸਾਨਾਂ ਪ੍ਰਤੀ ਬੁਲੰਦ ਕਰਦੇ ਨਜ਼ਰ ਆ ਰਹੇ ਨੇ। ਗੱਲ ਕਰੀਏ ਮੋਰਿੰਡਾ ਦੀ, ਜਿਸ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ 13 ਦਿਨਾਂ ਤੋਂ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ ਹੈ। ਅੱਜ ਇਸ ਅੰਦੋਲਨ 'ਚ ਪੰਜਾਬੀ ਗਾਇਕ ਅਤੇ ਪੰਜਾਬੀ ਕਲਾਕਾਰਾਂ ਨੇ ਭਾਗ ਲਿਆ। ਸੋ ਸਾਡੇ ਚੈਨਲ ਵੱਲੋਂ ਪੇਸ਼ ਹੈ ਇੱਕ ਖਾਸ ਰਿਪੋर्ट। ਇਹ ਸਾਡੇ ਸੋਚਣ ਦੀ ਗੱਲ ਹੈ। ਮੈਨੂੰ ਇਹ ਲੱਗਦਾ ਸੀ, ਮੈਂ ਆਪਣੀ ਗੱਲ ਦੱਸਣ ਲੱਗਿਆ, ਜਿੱਦਣ ਦਾ ਧਰਨਾ ਸ਼ੁਰੂ ਹੋਇਆ ਮੈਂ ਰੋਜ਼ ਕਿਸੇ ਨਵੀਂ ਜਗ੍ਹਾ ਤੇ ਜਾ ਕੇ ਰਾਤ ਰਹਿਣਾ, ਜਿੱਥੇ ਜਿੱਥੇ ਧਰਨੇ ਤੇ ਲੋਕ ਬੈਠੇ ਨੇ, ਸਿਰਫ ਇਹ ਦੇਖਣ ਦੇ ਲਈ ਵੀ ਧਰਨਿਆਂ ਵਿੱਚ ਮੁੰਡੇ ਵੀ ਆਉਂਦੇ ਨੇ, ਬਜ਼ੁਰਗ ਵੀ ਆਉਂਦੇ ਨੇ, ਕੀ ਸੋਚਦੇ ਨੇ ਉਹ ਸਾਡੀਆਂ ਮੰਗਾਂ ਬਾਰੇ। ਮੈਂ ਪੂਰੇ ਪੰਜਾਬ ਦਾ ਚੱਕਰ ਲਾਇਆ ਜਿੱਥੇ ਜਿੱਥੇ ਧਰਨੇ ਲੱਗੇ ਨੇ, ਪੂਰੇ ਪੰਜਾਬ ਦਾ, ਦਿਨ 'ਚ ਵੀ ਜਾਂਦਾ, ਰਾਤ ਨੂੰ ਵੀ ਜਾਂਦਾ। ਮੈਨੂੰ ਲੱਗਦਾ ਸੀ ਕਿ ਇਹ ਜਿਹੜੇ ਲੋਕ ਆਪ ਮੁਹਾਰੇ ਇਕੱਠੇ ਹੋਏ ਨੇ, ਇਹ ਵੱਡਾ ਸੰਘਰਸ਼ ਬਣਿਆ। ਇਸੇ ਕਰਕੇ ਮੈਂ ਸਾਡੇ ਕਲਾਕਾਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਕਿ 13 ਦਿਨਾਂ ਤੋਂ ਬੰਦੇ ਪੱਥਰਾਂ ਤੇ ਪਏ ਨੇ, ਆਪਣਾ ਘਰ-ਬਾਰ ਛੱਡ ਕੇ, ਮੰਜੇ ਬਿਸਤਰੇ ਬੈੱਡ ਛੱਡ ਕੇ, ਬੱਚੇ ਛੱਡ ਕੇ ਇੱਥੇ ਪੱਥਰਾਂ ਤੇ ਆ ਕੇ ਪੈ ਗਏ, ਮੱਛਰਾਂ 'ਚ ਆ ਕੇ ਪੈ ਗਏ। ਆਪਾਂ ਇਹਨਾਂ ਦੀ ਸਾਰ ਲਈਏ। ਆਪਾਂ ਜੇ 2 ਘੰਟੇ ਵੀ ਇਹਨਾਂ ਨਾਲ ਬੈਠਾਂਗੇ, ਇਹਨਾਂ ਨੂੰ ਹਲਾਰਾ ਮਿਲੂਗਾ, ਇਹਨਾਂ ਨੂੰ ਲੱਗੂਗਾ ਕਿ ਸਾਰੀ ਖਲਕਤ ਸਾਡੇ ਨਾਲ ਖੜੀ ਹੈ। ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ, ਇਸ ਤਰ੍ਹਾਂ ਦੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ। ਉਹੀ ਲੋਕ ਨੇ ਜਦੋਂ ਅੰਗਿਆਰੇ ਦਹਿਕਦੇ ਨੇ ਤੇ ਉਹ ਸੜਕਾਂ ਤੇ ਆ ਗਏ। ਮੇਰੇ ਪੰਜਾਬ ਦੇ ਬਹਾਦਰ ਲੋਕੋ, ਬਹੁਤ ਚੰਗਾ ਲੱਗ ਰਿਹਾ ਹੈ। ਮੈਨੂੰ ਇਹ ਲੱਗਦਾ ਸੀ ਮੈਂ ਮਾਲਵੇ ਦੀ ਧਰਤੀ ਨੂੰ ਸਲੂਟ ਕਰਦੀ ਹਾਂ, ਜਿੱਥੇ ਮੇਰੀਆਂ ਭੈਣਾਂ ਤੇ ਮਾਵਾਂ ਘਰਾਂ ਚੋਂ ਨਿਕਲੀਆਂ ਨੇ। ਚਲੋ ਤੁਸੀਂ ਲੋਕ ਇਕੱਠੇ ਹੋਏ ਹੋ, ਮੈਂ ਇੱਕੋ ਗੱਲ ਜ਼ਰੂਰ ਕਹੂੰਗੀ ਕਿ ਅਸੀਂ ਔਰਤਾਂ ਤੁਹਾਡਾ ਅੱਧਾ ਹਿੱਸਾ ਹੈ। ਸਾਡੇ ਘਰਾਂ ਦੇ ਵਿੱਚ ਵੀ ਔਰਤਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ, ਜਾਂ ਤੁਹਾਨੂੰ ਲੋਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਔਰਤਾਂ ਸਿਰਫ ਘਰ ਦੇ ਕੰਮ ਲਈ ਬਣੀਆਂ ਨੇ। ਜਦੋਂ ਘਰਾਂ ਦੇ ਕੰਮ ਹੀ ਖਤਮ ਹੋ ਗਏ, ਜਦੋਂ ਤੁਹਾਡੇ ਹੱਥਾਂ 'ਚ ਰੋਟੀ ਖੋਲੀ, ਜਦੋਂ ਤੁਹਾਡੇ ਹੱਥਾਂ 'ਚ ਰੁਜ਼ਗਾਰ ਖੋਲਿਆ, ਫਿਰ ਔਰਤਾਂ ਰੋਟੀ ਪਕਾਉਣ ਲਈ ਕਿੱਥੋਂ ਬਚਣੀਆਂ ਨੇ। ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਇਤਿਹਾਸ ਦੀ ਗੱਲ ਕਰਦੇ ਹੋ। ਇਤਿਹਾਸ ਨੂੰ ਜਿੰਨਾ ਚਿਰ ਅਸੀਂ ਸਿਰਫ ਪੜ੍ਹ ਕੇ ਛੱਡਾਂਗੇ, ਓਨੀ ਦੇਰ ਅਸੀਂ ਅੱਗੇ ਨਹੀਂ ਵਧ ਸਕਦੇ। ਅਸੀਂ ਮਾਈ ਭਾਗੋ ਦੀਆਂ ਵਾਰਸਾਂ, ਅਸੀਂ ਗਦਰੀ ਗੁਲਾਬ ਕੌਰ ਦੀਆਂ ਵਾਰਸਾਂ, ਅਸੀਂ ਰਾਣੀ ਝਾਂਸੀ ਦੀਆਂ ਵਾਰਸਾਂ। ਮੈਂ ਇੱਕੋ ਗੱਲ ਕਹੂੰਗੀ, ਜਿੰਨੀ ਦੇਰ ਸੰਘਰਸ਼ ਚੱਲਦਾ, ਮੇਰੀਆਂ ਭੈਣਾਂ ਤੇ ਮਾਵਾਂ ਨੂੰ ਸੜਕਾਂ ਤੇ ਆਉਣਾ ਚਾਹੀਦਾ। ਤੁਸੀਂ ਰੋਜ਼ ਦੇਖਦੇ ਹੋ ਸੋਸ਼ਲ ਮੀਡੀਆ ਤੇ, ਮਾਲਵੇ ਦੀ ਧਰਤੀ ਦੇ ਘਰੇ ਕੋਈ ਵੀ ਔਰਤ ਘਰੇ ਨਹੀਂ ਹੁੰਦੀ, ਪਰ ਚਲੋ ਕੁਛ ਔਰਤਾਂ ਇਕੱਠੀਆਂ ਹੋਈਆਂ ਨੇ। ਸ਼ਾਬਾਸ਼ ਉਹਨਾਂ ਦੇ ਭੈਣਾਂ ਦੇ ਜਿਹੜੀਆਂ ਘਰਾਂ ਤੋਂ ਬਾਹਰ ਨਿਕਲੀਆਂ ਨੇ। ਦੂਜੀ ਗੱਲ, ਬਹੁਤ ਲੋਕਾਂ ਨੂੰ ਆਰਡੀਨੈਂਸ ਦਾ ਪਤਾ ਹੀ ਨਹੀਂ ਕਿ ਆਰਡੀਨੈਂਸ ਹੈ ਕਿ ਅਜੇ ਵੀ ਸਾਡੇ ਵਿੱਚ ਘੁਸਪੈਠ ਕੀਤੀ ਜਾ ਰਹੀ ਹੈ ਕਿ ਤੁਹਾਡੇ ਹੱਕ 'ਚ ਨੇ, ਤੁਹਾਡੇ ਇਕੱਠ ਨੇ। ਮੋਦੀ ਸਰਕਾਰ ਨੂੰ ਥੋੜਾ ਜਿਹਾ ਹੁਕਮ ਦਿੰਦਾ ਹੈ ਕਿ ਆਓ ਸਾਡੇ ਨਾਲ ਗੱਲ ਕਰੋ, ਪਰ ਉਹ ਗੱਲ ਕੁਛ ਨਹੀਂ ਬਣਨੀ। ਉਹਨਾਂ ਦੀ ਗੱਲ ਤੇ ਚੂੰ ਨਹੀਂ ਸਰਕਦਾ ਜਿੰਨਾ ਚਿਰ ਤੁਸੀਂ ਜਾ ਕੇ ਦਿੱਲੀ ਨਹੀਂ ਘੇਰਦੇ। ਸੋ ਪਿਆਰੇ ਲੋਕੋ, ਇਕੱਠੇ ਹੋਵੋ, ਆਪਣੇ ਘਰਾਂ ਵਿੱਚ ਔਰਤਾਂ ਤੇ ਬੱਚਿਆਂ ਨੂੰ ਬਾਹਰ ਲੈ ਕੇ ਆਓ, ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਹੁਣ ਇਹਨਾਂ ਦੇ ਘਰਾਂ ਨੂੰ ਜਿੰਦੇ ਜਿਹੜੇ ਅਸੀਂ ਲਾਏ ਨੇ, ਉਹ ਜਿੰਦਿਆਂ 'ਚੋਂ ਬਾਹਰ ਨਿਕਲ ਕੇ ਸਾਡਾ ਗਲ ਪੁੱਟਣ ਆ ਰਹੇ ਨੇ। ਕੋਈ ਵੀ ਬੁਲਾਰਾ ਇੱਥੇ ਬੋਲਦਾ, ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣੋ, ਹਾਸਿਆਂ 'ਚ ਨਾ ਲੈ ਕੇ ਜਾਓ। ਸਾਡਾ ਯੂਥ ਜਿਹੜਾ ਇਹਨਾਂ ਨੇ ਆਪ ਸਰਕਾਰਾਂ ਨੇ ਨਸ਼ਿਆਂ ਤੇ ਲਾਤਾ ਸੀ, ਖੁਸ਼ੀ ਹੋ ਰਹੀ ਹੈ ਕਿ ਉਹ ਯੂਥ ਅੱਜ ਸੜਕਾਂ ਤੇ ਆਇਆ। ਇਹ ਤੁਸੀਂ ਕਰਤਾਰ ਸਿੰਘ ਦੇ ਵਾਰਸ ਹੋ, ਸਰਾਭੇ ਦੇ ਵਾਰਸ ਹੋ, ਭਗਤ ਸਿੰਘ ਦੇ ਵਾਰਸ ਹੋ। ਆਓ ਆਪਾਂ ਇਕੱਠੇ ਹੋ ਕੇ ਆਪਣੇ ਮਾਂ ਪਿਓ ਦੇ ਮੋਢੇ ਨਾਲ ਮੋਢਾ ਜੋੜ ਕੇ ਸੜਕਾਂ ਤੇ ਨਿਕਲੀਏ ਤੇ ਇਸ ਮੋਦੀ ਸਰਕਾਰ ਦੇ ਕੰਨਾਂ ਵਿੱਚ ਉਹੀ ਬੰਬ ਸਿੱਟੀਏ ਜਿਹੜਾ ਭਗਤ ਸਿੰਘ ਹੋਣਾ ਨੇ ਬੰਬ ਸਿੱਟ ਕੇ ਇਹ ਦੱਸਿਆ ਸੀ ਕਿ ਅਸੀਂ ਤੁਹਾਡੇ ਕੰਨ ਖੋਲਣਾ ਚਾਹੁੰਦੇ ਹਾਂ ਕਿ ਅਸੀਂ ਉਸ ਇਤਿਹਾਸ ਦੇ ਵਾਰਸ ਹਾਂ ਜਿਨ੍ਹਾਂ ਨੇ ਕਦੇ ਕਿਸੇ ਦੀ ਈਨ ਨਹੀਂ ਮੰਨੀ। ਸੋ ਆਓ ਸਾਰੇ ਮਿਲ ਕੇ ਆਪਣੇ ਘਰਾਂ 'ਚੋਂ ਬਾਹਰ ਨਿਕਲਦੇ ਹੋਏ ਇਸ ਕਾਲੇ ਕਾਨੂੰਨਾਂ ਦਾ ਵਿਰੋਧ ਕਰੀਏ ਤੇ ਇਕਜੁੱਟਤਾ ਦਾ ਸਬੂਤ ਦਈਏ। ਚਟਾਨ ਬਣਨਾ ਪੈਂਦਾ ਹੈ, ਤੂਫਾਨਾਂ ਨੂੰ ਝੱਲਣ ਲਈ ਖੁਦ ਤੂਫਾਨ ਬਣਨਾ ਪੈਂਦਾ ਹੈ। ਇੰਜ ਹੀ ਕਿੰਜ ਤੁਸੀਂ ਸਤਿਕਾਰੇ ਜਾਓਗੇ, ਕਿਸੇ ਦੇ ਪੂਜੇ ਜਾਣ ਲਈ ਪਹਿਲਾਂ ਇਨਸਾਨ ਬਣਨਾ ਪੈਂਦਾ। ਇੰਜ ਹੀ ਕਿੰਜ ਕੋਈ ਸੁਣੇਗਾ ਤੁਹਾਨੂੰ ਤੇ ਬਹੁਤ ਖੂਬ ਆਖੇਗਾ, ਕਿਉਂਕਿ ਕਿਸੇ ਦੇ ਸੁਣੇ ਜਾਣ ਲਈ ਪਹਿਲਾਂ ਦਾਸਤਾਨ ਬਣਨਾ ਪੈਂਦਾ ਹੈ, ਦਾਸਤਾਨ ਬਣਨਾ ਪੈਂਦਾ ਹੈ। ਦੋਸਤੋ, ਕਦੇ ਵੇਲਾ ਹੁੰਦਾ ਸੀ ਕਿ ਅੰਨਦਾਤਾ ਦਮਾਮੇ ਮਾਰਦਾ ਮੇਲਿਆਂ ਵਿੱਚ ਜਾਂਦਾ ਹੁੰਦਾ ਸੀ, ਆਪਣੀਆਂ ਫਸਲਾਂ ਸਾਂਭਣ ਤੋਂ ਬਾਅਦ ਮੌਜਾਂ ਲਾਉਂਦਾ ਸੀ। ਪਰ ਅੱਜ ਦਾ ਅੰਨਦਾਤਾ ਕੀ ਕਰ ਰਿਹਾ? ਅੱਜ ਦਾ ਅੰਨਦਾਤਾ ਬੇਬਸ ਹੋਈ ਬੈਠਾ, ਮਜਬੂਰ ਹੋਈ ਬੈਠਾ।
ਇਸ ਬਾਰੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਤੇ ਆਪਣੀ ਗੱਲ ਸਰਕਾਰ ਕੋਲ ਪਹੁੰਚ ਕੇ ਰਹੇਗੀ। ਦੋਸਤੋ, ਸਾਡਾ ਕਲਾਕਾਰ ਭਾਈਚਾਰਾ ਹਮੇਸ਼ਾ ਤੁਹਾਡੇ ਨਾਲ ਸੀ ਤੇ ਤੁਹਾਡੇ ਨਾਲ ਰਹੇਗਾ। ਯੋਗਰਾਜ ਸਰ ਦੀ ਅਗਵਾਈ ਹੇਠ ਨਾਰਥ ਜ਼ੋਨ ਫਿਲਮ ਐਂਡ ਟੀਵੀ ਐਸੋਸੀਏਸ਼ਨ ਦੇ ਸਾਰੇ ਮੈਂਬਰ ਅਸੀਂ ਤੁਹਾਡੇ ਨਾਲ ਆ ਤੇ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਾਂਗੇ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੀ ਦੇਖ ਰਿਹਾ ਮੈਂ? ਅੰਨਦਾਤਾ ਸੜਕਾਂ ਤੇ ਬੈਠਾ ਹੈ। ਬਹੁਤ ਅਫਸੋਸ ਦੀ ਗੱਲ ਹੈ, ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ। ਔਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਵੈਸੇ ਤਾਂ ਇਹ ਸਦੀਆਂ ਤੋਂ ਹੁੰਦਾ ਆਇਆ ਹੈ ਕਿ ਕਿਸਾਨਾਂ ਨਾਲ ਕਦੇ ਵੀ ਕਿਸੇ ਨੇ ਵਫਾ ਨਹੀਂ ਕੀਤੀ, ਹਮੇਸ਼ਾ ਬੇਵਫਾਈ ਹੋਈ ਹੈ। ਇਹ ਕਿਸੇ ਤੋਂ ਛੁਪੀ ਹੋਈ ਨਹੀਂ ਇਹ ਗੱਲ। ਅੱਜ ਇਹ ਤਿੰਨ ਇਹੋ ਜਿਹੇ ਕਾਨੂੰਨ ਲਾਗੂ ਕਰ ਦਿੱਤੇ ਇਹਨਾਂ ਦੇ ਉੱਤੇ ਕਿ ਇਹਨਾਂ ਨੂੰ ਸੜਕਾਂ ਤੇ ਆਉਣਾ ਪੈ ਗਿਆ, ਧਰਨੇ ਲਾਉਣੇ ਪੈ ਗਏ ਆ। ਅੱਜ ਫਸਲ ਖੜੀ ਹੋਈ ਹੈ, ਉਹਨੂੰ ਚੱਕਣ ਜਾਂ ਆਪਣੀ ਆਵਾਜ਼ ਬੁਲੰਦ ਕਰਨ ਪਰ ਬੈਠੇ ਹੋਏ ਆ ਕਿ ਕੱਲ ਨੂੰ ਮੀਂਹ ਪੈਂਦਾ ਹੈ, ਬਾਰਿਸ਼ ਹੁੰਦੀ, ਤੂਫਾਨ ਆਉਂਦਾ ਹੈ, ਉਹਨਾਂ ਦੀਆਂ ਫਸਲਾਂ ਦਾ ਕੀ ਹਾਲ ਹੁੰਦਾ ਹੈ। ਰੱਬ ਵੀ ਕਦੇ ਕਦੇ ਤੁਹਾਨੂੰ ਪਤਾ ਹੀ ਹੈ, ਸਾਉਣੀ ਹੋਵੇ ਜਾਂ ਹਾੜੀ ਹੋਵੇ, ਜਦੋਂ ਫਸਲ ਚੱਕਣ ਲੱਗਦਾ ਸੀ ਉਦੋਂ ਹੀ ਬਾਰਿਸ਼ਾਂ ਆ ਜਾਂਦੀਆਂ ਸੀ। ਬਹੁਤ ਬਰਬਾਦੀ ਹੁੰਦੀ ਸੀ, ਬਹੁਤ ਨੁਕਸਾਨ ਹੋਏ। ਪਰ ਅੱਜ ਸਾਡਾ ਕਿਸਾਨ ਇੱਕ ਮਜਬੂਰ ਹੋ ਕੇ ਸੜਕਾਂ ਤੇ ਬੈਠ ਕੇ ਦੁਹਾਈ ਦੇ ਰਿਹਾ ਹੈ ਕਿ ਅਕਲ ਕਰੋ, ਓਏ ਤੁਸੀਂ ਬਦਲੀ ਕਰ ਲੈਣੇ ਆ, ਉੱਧਰ ਤੁਸੀਂ ਬੈਠ ਜਾ, ਅਸੀਂ ਬੈਠ ਜਾਂਦੇ, ਇੱਧਰ ਤੁਸੀਂ ਆ ਜਾਓ। ਤੁਹਾਨੂੰ ਪਤਾ ਲੱਗੇ ਕਿ ਅੰਨ ਪੈਦਾ ਕਿਵੇਂ ਹੁੰਦਾ ਹੈ। ਧਰਤੀ ਦੀ ਛਾਤੀ ਚੀਰ ਕੇ ਅੰਨ ਬੀਜਿਆ ਜਾਂਦਾ ਹੈ ਤੇ ਫਿਰ ਪੈਦਾ ਹੁੰਦਾ ਹੈ। ਪਰ ਇਹ ਹਮੇਸ਼ਾ ਹੀ ਹੋਇਆ ਹੈ। ਸਰਕਾਰਾਂ ਨੂੰ ਕਦੇ ਵੀ ਅਕਲ ਨਹੀਂ ਆਈ। ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਹੁਣ ਤੁਹਾਨੂੰ ਦੱਸਣ ਦੀ ਜਾਂ ਕਹਿਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਤੇ ਸਾਰੇ ਨੇ ਆਪ ਭੁਗਤਿਆ। ਪਰ ਸਭ ਤੋਂ ਪਹਿਲਾਂ ਸਾਨੂੰ ਆਪ ਸੋਚਣਾ ਚਾਹੀਦਾ ਹੈ ਕਿ ਅਸੀਂ ਜਦੋਂ ਵੋਟਾਂ ਦਾ ਟਾਈਮ ਆਉਂਦਾ ਹੈ ਕਿਹਨੂੰ ਪਾ ਰਹੇ ਹਾਂ ਵੋਟਾਂ। ਇਹ ਮੇਰੇ ਯਾਰ ਹੈ, ਛੋਟੇ ਹੁੰਦੇ ਕਿਸੇ ਸੁਣਦੇ ਹੁੰਦੇ ਸੀਗੇ। ਅੰਗਰੇਜ਼ਾਂ ਨੇ ਲਾਈਨਾਂ ਉੱਤੇ ਪਈਆਂ ਦੇ ਪਿਆਂ ਦੇ ਉੱਤੇ ਟ੍ਰੇਨਾਂ ਚੜ੍ਹਦੀਆਂ ਸੀ, ਸ਼ਹੀਦੀਆਂ ਦਿੱਤੀਆਂ। ਮਾਂ ਦੇ ਬੱਚੇ ਨਾਲ ਛਾਤੀਆਂ ਨਾਲ ਲੱਗੇ ਹੋਏ ਉੱਤੇ ਸ਼ਹੀਦ ਹੋ ਗਏ ਸੀਗੇ। ਅਸੀਂ ਸ਼ਹਾਦਤਾਂ ਤੋਂ ਡਰਨ ਵਾਲੇ ਨਹੀਂ ਪੰਜਾਬੀ, ਮੌਕਾ ਪੈਣ ਤੇ ਖੜਨ ਵਾਲੇ ਆ। ਅਸੀਂ ਭਗਤ ਸਿੰਘ ਦੀਆਂ ਮਿਸਾਲਾਂ ਦਿੱਤੀਆਂ। ਇਹ ਪਹਿਲਾਂ ਤਾਂ ਸਾਡੇ ਭਗਤ ਸਿੰਘ ਸ਼ਹੀਦ ਨੂੰ, ਸ਼ਹੀਦ ਆਜ਼ਮ ਨੂੰ, ਉਹਦੀ ਫੋਟੋ ਲਾਓ, ਉੱਥੇ ਲਾਉਂਦੇ ਆ ਨਹੀਂ ਲਾਉਂਦੇ, ਉਹਨੂੰ ਸ਼ਹੀਦ ਮੰਨਦੇ ਆ ਨਹੀਂ ਮੰਨਦੇ, ਉਹਨਾਂ ਨੂੰ ਅੱਤਵਾਦੀ ਕਹੀ ਜਾਂਦੇ। ਹੁਣ ਤੱਕ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ। ਸਾਡੇ ਗੁਰੂ ਸਾਹਿਬ ਨੇ ਸਾਰਾ ਪਰਿਵਾਰ ਵਾਰਤਾ। ਇਹ ਗੁਰੂ ਸਾਹਿਬ ਨੂੰ ਇੱਜ਼ਤ ਦੇ ਰਹੇ ਨੇ ਨਹੀਂ ਦੇ ਰਹੇ? ਕਿੰਨੀ ਵਾਰੀ ਆਵਾਜ਼ ਉੱਠੀ ਹੈ ਕਿ ਛੋਟੇ ਸਾਹਿਬਜ਼ਾਦੇ ਦੇ ਨਾਂ ਤੇ ਆਪਾਂ ਬਾਲ ਦਿਵਸ ਮਨਾਈਏ। ਚਾਚਾ ਨਹਿਰੂ ਦੇ ਉਹਦੇ ਵਾਸਤੇ ਮਨਾਇਆ ਜਾ ਰਿਹਾ। ਇਹਨੂੰ ਪਤਾ ਨਹੀਂ ਕਿਉਂ ਚੁੱਭਦੇ ਆ ਅਸੀਂ ਪੰਜਾਬੀ ਆਪਣੇ ਤੇ ਰੜ ਕੇ, ਇਸ ਕਰਕੇ ਰੜਕਦੇ ਆ ਇਹਨਾਂ ਦੀਆਂ ਅੱਖਾਂ 'ਚ। ਇਹ ਰੜ ਕੇ ਇਸੇ ਤਰ੍ਹਾਂ ਕਾਇਮ ਰਹਿਣੀ ਚਾਹੀਦੀ ਹੈ। ਸਾਰੇ ਕਿਸਾਨ ਵੀਰਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ, ਇਕੱਠੇ ਹੋਏ ਆ, ਜੁੜੇ ਆ, ਇਸੇ ਤਰ੍ਹਾਂ ਜੁੜੇ ਰਹੋ। ਉਹ ਦਿਨ ਉਹ ਦੂਰ ਵੀ ਇਹਨਾਂ ਝੁਕਣਗੇ। ਔਰ ਜਿਹੜੇ ਇਹ ਕਾਨੂੰਨ ਤੇਰੇ ਪਾਸ ਕੀਤੇ ਨੇ ਇਹਨਾਂ ਨੇ, ਉਹ ਵਾਪਸ ਲੈਣੇ ਪੈਣਗੇ। ਠੀਕ ਹੈ, ਮੈਂ ਸਪੋਰਟ ਲਈ ਮੈਂ ਆਪਣਾ ਵੀ ਦੁੱਖ ਨਾਲ ਲੈ ਕੇ ਆਈ ਹਾਂ ਤੇ ਜਿਹੜਾ ਇਹ ਦੁੱਖ ਆਪਾਂ ਇਕੱਠਿਆਂ ਨੇ ਆਪਣਾ ਸਾਂਝਾ ਕਰਨਾ ਹੈ। ਆਪਣੀ ਆਵਾਜ਼ ਜਿਹੜੀ ਹੈ ਇਕੱਠਿਆਂ ਨੇ ਬੁਲੰਦ ਕਰਨੀ ਹੈ। ਜਦੋਂ ਕਹਿੰਦੇ ਆ ਨਾ ਕਿ ਪਹਿਲਾਂ ਦੇਖਦੇ ਹੁੰਦੇ ਸੀ ਅਸੀਂ ਬਚਪਨ ਦੇ ਵਿੱਚ ਐਦਾਂ ਦਾ ਇਕੱਠ ਭਰ ਕੇ ਮੇਲਿਆਂ 'ਚ ਜਾਣਾ, ਟਰਾਲੀਆਂ ਭਰ ਕੇ ਜਾਣਾ, ਬੜਾ ਰੂਹ ਨੂੰ ਖੁਸ਼ੀ ਮਿਲਦੀ ਸੀ। ਪਰ ਇਹ ਸਕੂਨ ਤਾਂ ਹੈ, ਅੱਜ ਦਿਲ ਨੂੰ ਇੱਕ ਰਾਹਤ ਤਾਂ ਹੈ ਕਿ ਅਸੀਂ ਸਾਰੇ ਪੰਜਾਬੀ ਫੇਰ ਵੀ ਇਕੱਠੇ ਹੋ ਕੇ, ਚਾਹੇ ਅਸੀਂ ਖੁਸ਼ੀ ਦੇ ਵੇਲੇ ਜਾਈਏ ਜਾਂ ਦੁੱਖ ਦੇ ਵਿੱਚ। ਅੱਜ ਸਾਨੂੰ ਤਕਲੀਫ ਹੈ, ਅੱਜ ਦੁੱਖ ਦੀ ਘੜੀ ਦੇ ਵਿੱਚ ਵੀ ਅਸੀਂ ਇਕੱਠੇ ਹੋਏ ਹਾਂ, ਪਰ ਆਪਣੀ ਆਵਾਜ਼ ਨੂੰ ਅਸੀਂ ਐਵੇਂ ਹੀ ਬੁਲੰਦ ਕਰਨਾ ਹੈ।
ਪਿੱਛੇ ਨਹੀਂ ਹਟਣਾ। ਅਸੀਂ ਪੰਜਾਬੀ ਆ, ਅਸੀਂ ਕਿਸੇ ਤੋਂ ਡਰਦੇ ਨਹੀਂ ਆ। ਸੋ ਅੱਜ ਇਕੱਠੇ ਹੋ ਕੇ ਕੀ ਨਾਰਾ ਲਾਉਣਾ ਹੈ? ਮਜ਼ਦੂਰ ਏਕਤਾ, ਕਿਸਾਨ ਏਕਤਾ ਜਿੰਦਾਬਾਦ। ਸਤਿ ਸ਼੍ਰੀ ਅਕਾਲ ਜੀ ਸਾਰੇ। ਹਾਂ ਜਿੱਤਣਾ ਜੇ ਚਾਹੁੰਦੇ ਆ ਮੈਦਾਨ ਵੀਰ, ਉਹ ਇਕੱਠੇ ਹੋਈਏ ਮੇਰੇ ਕਿਸਾਨ ਵੀਰ। ਜਿੱਤਣਾ ਜੇ ਚਾਹੁੰਦੇ ਆ ਮੈਦਾਨ ਵੀਰ, ਇਕੱਠੇ ਹੋਈਏ ਮੇਰੇ ਕਿਸਾਨ ਵੀਰ। ਉਹ ਜਿਹੜੇ ਹੱਥ ਪੈਰ ਨੂੰ ਫਿਰਦੇ ਆ ਸਾਡੇ ਪੱਗਾਂ ਨੂੰ, ਸਾਡੇ ਪਰਨਿਆਂ ਨੂੰ, ਹੁਣ ਵੇਖ ਵੇਖ ਕੇ ਕੰਬਦੇ ਆ ਸਾਡੇ ਇਕੱਠਾਂ ਨੂੰ, ਸਾਡੇ ਧਰਨਿਆਂ ਨੂੰ। ਉਹ ਮੰਨਿਆ ਲੜਾਈ ਨਹੀਂ ਆਸਾਨ ਵੀਰ, ਮੰਨਿਆ ਲੜਾਈ ਨਹੀਂ ਆਸਾਨ ਵੀਰ। ਇਕੱਠੇ ਹੋਏ ਮੇਰੇ ਕਿਸਾਨ ਵੀਰ, ਮੰਨਿਆ ਲੜਾਈ ਨਹੀਂ ਆਸਾਨ ਵੀਰ। ਇਕੱਠੇ ਹੋਏ ਮੇਰੇ ਕਿਸਾਨ ਵੀਰ, ਇਕੱਠੇ ਹੋਏ ਮੇਰੇ ਕਿਸਾਨ ਵੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਜਾਗੋ ਜਾਗਣੇ ਦਾ ਵੇਲਾ ਲੋਕ ਆ ਗਿਆ, ਗੂੜਾ ਕਾਰਖੋ ਹਨੇਰਾ ਲੋਕੋ ਛਾ ਗਿਆ। ਜਾਗੋ ਜਾਗਣੇ ਦਾ ਵੇਲਾ ਲੋਕੋ ਆ ਗਿਆ, ਗੂੜਾ ਕਾਰਖੋ ਹਨੇਰਾ ਇੱਥੇ ਛਾ ਗਿਆ। ਬੜੀ ਜ਼ੁਲਮਾਂ ਦੀ ਤੇਜ਼ ਰਫ਼ਤਾਰ ਚੰਦਰੀ ਹੋਇਆ ਵੇਖਾਰ ਨੂੰ, ਕਰ ਘਰ ਦੀ ਕਾਨੂੰਨ ਸਰਕਾਰ ਚੰਦਰੀ ਹੋਇਆ ਵੇਖਾਰ ਨੂੰ, ਕਰ ਘਰ ਦੀ ਕਾਨੂੰਨ ਸਰਕਾਰ ਚੰਦਰੀ ਹੋਇਆ ਵੇਖਾਰ ਨੂੰ। ਆਉਂਦੇ ਭੂਸਰੇ ਭਗਾਟਾਂ ਦੇ ਨੇ ਕਾਫਲੇ, ਡੱਕੇ ਜਾਣੇ ਨੂੰ ਮਨਾਂ ਚ ਰੱਖ ਫਾਸਲੇ। ਆਉਂਦੇ ਭੂਸਰੇ ਭਗਾਟਾਂ ਦੇ ਨੇ ਕਾਫਲੇ, ਡੱਕੇ ਜਾਣੇ ਨਹੀਂ ਮਨਾਂ ਚ ਰੱਖ ਫਾਸਲੇ। ਰੇਤ ਤੋੜ ਕੇ ਜੇ ਤੋੜ ਦਿੱਤੀ ਹੱਡੀ ਰੀੜ ਦੀ ਪਛਤਾਓਗੇ, ਨਹੀਂ ਲੱਭਣੀ ਦਵਾਈ ਕਿਤੋਂ ਇਸ ਪੀੜ ਦੀ ਪਛਤਾਓਗੇ, ਨਹੀਂ ਲੱਭਣੀ ਦਵਾਈ ਕਿਤੋਂ ਇਸ ਪੀੜ ਦੀ ਪਛਤਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਭਾਸ਼ਣ ਤਾਂ ਨਹੀਂ ਦੇਣਾ ਆਉਂਦਾ, ਦੋ ਬੋਲ ਜ਼ਰੂਰ ਮੈਂ ਸਾਂਝੇ ਕਰੂੰਗੀ ਤੁਹਾਡੇ ਨਾਲ, ਕਿਉਂਕਿ ਬਹੁਤ ਦੁੱਖ ਆ। ਬੜੇ ਦਿਨਾਂ ਤੋਂ ਅਸੀਂ ਇਹ ਦੇਖ ਰਹੇ ਹਾਂ, ਸੋਸ਼ਲ ਮੀਡੀਆ ਸਾਰਾ ਭਰਿਆ ਰਹਿੰਦਾ ਹੈ, ਟੀਵੀ ਦੀਆਂ ਖਬਰਾਂ ਦੇਖ ਲਓ ਉਹ ਬਹੁਤ ਭਰੀਆਂ ਰਹਿੰਦੀਆਂ ਨੇ। ਮੈਨੂੰ ਇੰਨਾ ਕੁ ਦੁੱਖ ਹੁੰਦਾ ਹੈ ਦੇਖ ਦੇਖ ਕੇ ਕਿ ਯਾਰ 80 ਸਾਲ ਦੇ 85 ਸਾਲ ਦੇ ਬਜ਼ੁਰਗ ਸਾਡੇ, ਔਰ ਸਾਡੀਆਂ ਮਾਤਾ 80 ਸਾਲ ਦੀਆਂ 90 ਸਾਲ ਦੀਆਂ ਇਹਨਾਂ ਪੱਥਰਾਂ ਤੇ ਬੈਠੀਆਂ ਨੇ। ਸੱਚੀ ਬਹੁਤ ਦੁੱਖ ਹੁੰਦਾ ਹੈ, ਇੰਨਾ ਕੁ ਦੁੱਖ ਆ ਕਿ ਮੈਂ ਬਿਆਨ ਨਹੀਂ ਕਰ ਸਕਦੀ। ਕਈ ਵਾਰ ਤਾਂ ਦੇਖ ਦੇਖ ਕੇ ਸੁਣ ਕੇ ਪੜ੍ਹ ਕੇ ਆਪਣਾ ਮਨ ਵੀ ਭਰਦਾ ਅੰਦਰੋਂ ਕਿ ਯਾਰ ਆ ਸਾਡੀ ਇਹੋ ਜਿਹਾ ਹਾਲ ਹੋ ਗਿਆ, ਸਾਡੀਆਂ ਸਰਕਾਰਾਂ ਨੇ ਸਾਡੇ ਇਹ ਹਾਲ ਕਰਤੇ। ਅਸੀਂ ਅੱਜ ਸਾਰੇ ਜਿੰਨੇ ਵੀ ਕਲਾਕਾਰ, ਮੇਰੇ ਬਹੁਤ ਸਤਿਕਾਰਯੋਗ ਕਲਾਕਾਰ ਸਾਰੇ ਇੱਥੇ ਬੈਠੇ ਨੇ, ਅਸੀਂ ਇੱਕ ਕਲਾਕਾਰ ਬਣ ਕੇ ਨਹੀਂ ਆਏ, ਸਾਨੂੰ ਦੁੱਖ ਆ। ਅਸੀਂ ਉਹ ਦੁੱਖ ਤੁਹਾਡੇ ਨਾਲ ਵੰਡਾਉਣ ਆਏ ਆ, ਤੁਹਾਡੇ ਅਸੀਂ ਛੋਟੇ ਭੈਣ ਭਰਾ ਬਣ ਕੇ ਆਏ ਆ, ਅਸੀਂ ਕਲਾਕਾਰ ਬਣ ਕੇ ਨਹੀਂ ਆਏ। ਜੇ ਅਸੀਂ ਕਲਾਕਾਰ ਬਣ ਕੇ ਜਾਂਦੇ ਤੇ ਸ਼ਾਇਦ ਅਸੀਂ ਕਿਸੇ ਐਮਐਲਏ, ਕਿਸੇ ਮੰਤਰੀਆਂ ਸ਼ੰਤਰੀਆਂ ਨਾਲ ਹੁੰਦੇ, ਪਰ ਨਹੀਂ। ਅੱਜ ਅਸੀਂ ਤੁਹਾਡੇ ਨਾਲ ਖੜੇ ਆ ਕਿਉਂਕਿ ਰੋਟੀ ਸਭ ਨੇ ਖਾਣੀ ਆ। ਅਸੀਂ ਜੇ ਅਸੀਂ ਆਪਣੇ ਸ਼ਹਿਰ ਚ ਰਹਿ ਕੇ ਅਸੀਂ ਆਪਣੇ ਕਿੱਤੇ ਅਸੀਂ ਚੇਂਜ ਕਰ ਲਏ, ਬਦਲ ਲਏ, ਅਸੀਂ ਕੰਮ ਬਦਲ ਲਏ, ਪਰ ਰੋਟੀ ਤਾਂ ਖਾਣੀ ਆ। ਅਸੀਂ ਕੋਈ ਨੋਟ ਨਹੀਂ ਖਾ ਕੇ ਸੋਹਣੇ, ਬੰਦਾ ਜਿੰਨਾ ਮਰਜ਼ੀ ਅਮੀਰ ਹੋ ਜਾਵੇ, ਪਰ ਖਾਣੀ ਉਹਨੇ ਰੋਟੀ ਹੈ ਤਿੰਨ ਟਾਈਮ ਦੀ। ਤੇ ਇਸ ਕਰਕੇ ਰੋਟੀ ਸਾਨੂੰ ਕਿੱਥੋਂ ਮਿਲਣੀ ਆ? ਤੁਹਾਡੇ ਤੋਂ ਮਿਲਣੀ ਆ। ਜੇ ਤੁਸੀਂ ਖੁਸ਼ ਹੋਵੋਗੇ ਤੇ ਰੋਟੀ ਵੀ ਸਾਡੇ ਘਰਾਂ 'ਚ ਤਾਂ ਹੀ ਬਣਨੀ ਆ। ਜੇ ਤੁਸੀਂ ਦੁਖੀ ਹੈ ਤੇ ਅਸੀਂ ਦੁਖੀ ਆ। ਕਈ ਵਾਰ ਮੈਂ ਕੱਲ ਵੀ ਇੱਕ ਖਬਰ ਪੜ੍ਹੀ ਹੈ ਕਿ ਬਠਿੰਡੇ ਦੇ ਨੇੜੇ ਕਿਸੇ ਪਿੰਡ 'ਚੋਂ ਸਾਡੀ ਕਿਸੇ ਬੀਬੀ ਨੇ, ਕਿਸਾਨ ਬੀਬੀ ਨੇ ਆਤਮ ਹੱਤਿਆ ਕਰ ਲਈ। ਬੜਾ ਦੁੱਖ ਹੁੰਦਾ ਹੈ ਜਦੋਂ ਸਾਡੇ ਕਿਸਾਨ ਵੀਰ ਆਤਮ ਹੱਤਿਆ ਕਰਦੇ। ਸੱਚੀ ਮੈਨੂੰ ਮੈਂ ਸਹੁੰ ਖਾ ਕੇ ਕਹਿੰਦੀ ਕਿ ਮੈਨੂੰ ਇੰਨਾ ਕੁ ਦੁੱਖ ਹੁੰਦਾ ਹੈ ਕਿ ਮੇਰੇ ਅੰਦਰੋਂ ਮੇਰਾ ਮਤਲਬ ਦਿਲ ਰੋਂਦਾ ਮੇਰਾ ਕਿ ਯਾਰ ਜਿਹੜੇ ਸਾਨੂੰ ਪਾਲਦੇ ਨੇ ਉਹ ਅੱਜ ਸੁਸਾਈਡ ਕਰਦੇ ਨੇ ਜਾਂ ਖੁਦਕੁਸ਼ੀਆਂ ਕਰਦੇ ਨੇ। ਇੱਕ ਤਾਂ ਜਿਹੜੇ ਪਰਮਾਤਮਾ ਦੀ ਕੁਦਰਤੀ ਮਾਰ ਹੁੰਦੀ ਆ, ਹਾੜੀ ਸੋਹਣੀ ਕਿਸਾਨ ਦੀ ਮਰ ਜਾਂਦੀ ਆ, ਉਹਦੇ ਵਿੱਚ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਉਹਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਮੈਨੂੰ ਲੱਗਦਾ ਕਿ ਅੱਜ ਜਿਹੜੇ ਸਾਡੀ ਸਰਕਾਰਾਂ ਨੇ ਸਾਡੇ ਬਿੱਲ ਪਾਸ ਕੀਤੇ ਨੇ ਉਹਦੇ ਉੱਤੇ ਜ਼ਰੂਰ ਸਾਡਾ ਜ਼ੋਰ ਚੱਲਣਾ ਚਾਹੀਦਾ। ਅਸੀਂ ਉਹਨਾਂ ਨੂੰ ਰੱਦ ਸਾਨੂੰ ਕਰਾਉਣਾ ਚਾਹੀਦਾ ਹੈ। ਉਹ ਰੱਦ ਤਾਂ ਹੀ ਹੋਣਗੇ ਜੇ ਅਸੀਂ ਸਾਰੇ ਇਕਜੁੱਟ ਹੋਵਾਂਗੇ। ਰਾਹੀਂ ਹਸਾਨ ਵਾਲਾ ਕਲਾਕਾਰ
ਉਹ ਸਾਡੇ ਚ ਹਾਜ਼ਰ ਹੋਇਆ। ਮੈਂ ਬੇਨਤੀ ਕਰੂੰਗਾ ਗੁਰਚੇਤ ਚਿੱਤਰਕਾਰ ਨੂੰ 2 ਮਿੰਟ ਲਈ ਆਪਣੀ ਹਾਜ਼ਰੀ ਲਵਾਊਗਾ। ਗੁਰਚੇਤ ਚਿੱਤਰਕਾਰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਨੂੰ ਵੀ ਭਾਸ਼ਣ ਭੂਸ਼ਣ ਨਹੀਂ ਦੇਣਾ ਆਉਂਦਾ, ਬਸ ਫੜਾ ਸੁੱਟੇ ਹੀ ਮਾਰਨ ਵਾਲਾ ਆਉਂਦਾ। ਨਾਟਕਾਂ ਰਾਹੀਂ, ਫਿਲਮਾਂ ਰਾਹੀਂ ਅਸੀਂ ਇਹਨਾਂ ਦੀਆਂ ਜੜਾਂ ਉਧੇੜ ਤੇ ਲੱਗੇ ਹੋਏ ਆ। ਸਾਨੂੰ ਪਤਾ ਵੀ ਸਾਡੇ ਕੱਲਿਆਂ ਨਾਲ ਇਨਕਲਾਬ ਨਹੀਂ ਆਊਗਾ, ਪਰ ਖੜੇ ਪਾਣੀ ਨੂੰ ਹਿਲਾਉਣ ਵਾਸਤੇ ਛੋਟਾ ਜਿਹਾ ਰੋੜਾ ਹੀ ਕਾਫੀ ਹੁੰਦਾ। ਸੋ ਅੱਗੇ ਲੋਕ ਜਦੋਂ ਪ੍ਰਧਾਨ ਮੰਤਰੀ ਬੋਲਦਾ ਸੀ, ਰੇਡੀਓ ਤੇ ਬੋਲਦਾ ਸੀ, ਲੋਕ ਖੜ ਖੜ ਕੇ ਸੁਣਦੇ ਸੀ। ਆ ਹੁਣ ਜਦੋਂ ਸਾਡੇ ਵਾਲਾ ਬੋਲਦਾ ਤਾਂ ਲੋਕ ਟੈਲੀਵਿਜ਼ਨ ਬੰਦ ਕਰ ਦਿੰਦੇ ਵੀ ਛੱਡ ਜਾ ਰਹੇ ਨੇ, ਚਵਲ ਹੀ ਮਾਰਨੀਆਂ। ਜਿਹੜਾ ਰਾਜਾ ਹੁੰਦਾ ਉਹਦੇ ਵਾਸਤੇ ਸਾਰੀ ਪਰਚਾ ਇੱਕੋ ਜੀ ਹੁੰਦੀ ਹੈ, ਸਾਰੇ ਧਰਮ ਇੱਕੋ ਜਿਹੇ ਹੁੰਦੇ ਨੇ। ਇਹ ਕੱਲਾ ਹਿੰਦੂ ਹੈ, ਇਹਨਾਂ ਵਾਸਤੇ ਵੀ ਹਿੰਦੂਆਂ ਦਾ ਧਰਮ ਨੂੰ ਅੱਗੇ ਕਰ ਰਿਹਾ, ਸਿੱਖਾਂ ਦਾ ਵੀ ਵਿਰੋਧੀ ਹੈ, ਕਿਸਾਨਾਂ ਦਾ ਵਿਰੋਧੀ ਹੈ, ਮੁਸਲਮਾਨਾਂ ਦਾ ਵਿਰੋਧੀ ਹੈ, ਦਲਿਤਾਂ ਦਾ ਵਿਰੋਧੀ ਹੈ, ਮਜ਼ਦੂਰਾਂ ਦਾ ਤਾਂ ਵਿਰੋਧੀ ਹੈਗਾ। ਇਹ ਪਹਿਲਾ ਪ੍ਰਧਾਨ ਮੰਤਰੀ ਹੈ ਜਿਹਦਾ ਇੰਨਾ ਸਿਆਪਾ, ਇੰਨਾ ਕਾਲਾ ਮੂੰਹ ਹੋ ਰਿਹਾ, ਮਤਲਬ ਹੋਰ ਕਿਸੇ ਦਾ ਨਹੀਂ ਹੋਇਆ ਹੋਣਾ। ਮੋਦੀ ਸਰਕਾਰ ਮੁਰਦਾਬਾਦ, ਸਰਕਾਰ ਮੁਰਦਾਬਾਦ, ਮੈਨੂੰ ਨਾ ਜੇ ਬੀਜੇਪੀ ਵਾਲੇ ਟਿਕਟ ਦੇਣ, ਮੈਨੂੰ ਜੇ ਬੀਜੇਪੀ ਵਾਲੇ ਟਿਕਟ ਦੇਣ, ਇੰਨੀ ਨਫ਼ਰਤ ਆ, ਮੈਂ ਕਸਮ ਨਾਲ ਮੈਂ ਆਪਦੀ ਵੋਟ ਵੀ ਨਾ ਪਾਵਾਂ ਆਪਦੇ ਆਪ। ਸੋ ਲਾਸਟ ਤੇ ਮੈਂ 2 ਲੈਣਾ ਕਹਿਣੀਆਂ ਚਾਹੁੰਦਾ। ਸਿਰ ਉੱਤੇ ਛੱਤ ਹੈ ਨਹੀਂ, ਪੈਰਾਂ ਹੇਠ ਨਾ ਜ਼ਮੀਨ, ਲਾਲ ਕਿਲਿਆਂ ਦਾ ਸਾਨੂੰ ਕੀ ਆਪਾ। ਉੱਠੋ ਲੋਕੋ, ਜਾਗੋ ਲੋਕੋ, ਤਿਆਗ ਦੋ ਹਨੇਰਾ, ਸਾਨੂੰ ਸੂਰਜਾਂ ਨੇ ਦਿੱਤਾ ਏ ਦਗਾ, ਸਾਨੂੰ ਬਾਦਲਾਂ ਨੇ ਦਿੱਤਾ ਏ ਦਗਾ, ਸਾਨੂੰ ਕੈਪਟਨ ਨੇ ਦਿੱਤਾ ਏ ਦਗਾ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਆਪਾਂ ਇਕੱਠੇ ਹੋਏ ਆ, ਸਹੀ ਕਿਹਾ ਸਾਰਿਆਂ ਸਾਡੀਆਂ ਭੈਣਾਂ ਨੇ ਵੀ ਅਸੀਂ ਅੱਜ ਕਲਾਕਾਰ ਬਣ ਕੇ ਨਹੀਂ, ਅਸੀਂ ਇਹ ਸਾਡੀ ਲੜਾਈ ਆ, ਇਹ ਸਾਡੀ ਇਕੱਲੀ ਲੜਾਈ ਨਹੀਂ, ਅਸੀਂ ਤੁਹਾਡੇ ਨਾਲ, ਸਾਡੀ ਸਭ ਦੀ ਲੜਾਈ, ਸਾਰੇ ਪੰਜਾਬੀਆਂ ਦੀ ਲੜਾਈ ਆ। ਕਿਉਂਕਿ ਏਸੀ ਵਾਲੇ ਕਮਰੇ 'ਚ ਬਹਿ ਕੇ ਕਾਨੂੰਨ ਲਿਖ ਦੇਣਾ ਬੜੀ ਸੌਖੀ ਜੀ ਗੱਲ ਆ। ਧੁੱਪਾਂ ਜੇਠ ਹਾੜ ਤੇ ਧੁੱਪਾਂ ਦੇ ਵਿੱਚ ਆ ਕੇ ਕੋਈ ਮਰ ਕੇ ਦੇਖੇ, ਔਰ ਜਦੋਂ ਸੀਤ ਪੈਂਦੀ ਹੁੰਦੀ ਹੈ, ਇੱਥੇ ਠੰਡ ਹੁੰਦੀ ਆ, ਉਦੋਂ ਖੇਤਾਂ ਦੇ ਵਿੱਚ ਕਿਸ ਤਰ੍ਹਾਂ ਸਾਡੇ ਕਿਸਾਨਾਂ ਦਾ ਹਾਲ ਹੁੰਦਾ ਹੈ, ਉਦੋਂ ਕੋਈ ਆ ਕੇ ਦੇਖੇ। ਔਰ ਜਦੋਂ ਸਾਡੇ ਕਿਸਾਨ ਭਰਾ ਇੰਨੀ ਮਿਹਨਤ ਕਰਦੇ ਨੇ, ਫਿਰ ਇਹ ਵੀ ਨਹੀਂ ਪਤਾ ਗੜੇ ਪੈ ਜਾਣੇ ਆ, ਮੀਂਹ ਪੈ ਜਾਣਾ, ਕੀ ਕੁਦਰਤ ਦੀ ਆਫਤ ਆ ਜਾਣੀ ਆ, ਕੁਝ ਨਹੀਂ ਪਤਾ। ਇਹ ਸਾਡਾ ਅੰਨਦਾਤਾ, ਇਹਨੂੰ ਸਤਿਕਾਰ ਦੇਣਾ ਚਾਹੀਦਾ, ਇਹਨੂੰ ਤਾਂ ਆਪਣੇ ਸਿਰ ਦੇ ਉੱਤੇ ਰੱਖਣਾ ਚਾਹੀਦਾ, ਇਹਨਾਂ ਨੂੰ ਸਲਾਮ ਕਰਨੀ ਚਾਹੀਦੀ ਆ। ਸਾਡਾ ਦੇਸ਼ ਦਾ ਜਵਾਨ ਤੇ ਸਾਡਾ ਕਿਸਾਨ, ਇਹਦੇ ਸਿਰ ਤੇ ਹੀ ਅਸੀਂ ਆ। ਇਹ ਸਰੀਰ ਸਾਡਾ ਅੰਨ ਤੋਂ ਬਣਿਆ, ਅੰਨ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ। ਕੱਪੜਾ ਪਾਉਂਦੇ ਆ, ਇਹ ਵੀ ਸਾਨੂੰ ਕਿਸਾਨ ਤੋਂ ਆਉਂਦਾ। ਅੰਨ ਖਾਂਦੇ ਆ ਤਾਂ ਵੀ ਅਸੀਂ ਕਿਸਾਨ, ਸਾਡਾ ਕਿਸਾਨ ਜਿੰਦਾਬਾਦ ਆ। ਅਸੀਂ ਜੀ ਨਹੀਂ ਸਕਦੇ। ਕੋਈ ਬ੍ਰਾਂਡ ਨੇ ਆਪਣੇ ਰੇਟ ਲਾਉਂਦੇ ਨੇ ਕਿ ਸਾਡਾ ਇੰਨਾ ਬ੍ਰਾਂਡ ਹੈਗਾ, ਵੱਡੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਹਿਸਾਬ ਨਾਲ ਆਪਣੇ ਰੇਟ ਲਾ ਲਾ ਕੇ ਤੁਰਦੇ ਨੇ ਕਿ ਅਸੀਂ ਆਹ ਚੀਜ਼ ਇੰਨੇ ਦੀ ਵੇਚਣੀ ਆ। ਪਰ ਸਾਡਾ ਕਿਸਾਨ ਦਿਨ ਰਾਤ ਮਰ ਮਰ ਕੇ ਇੰਨੀ ਮਿਹਨਤ ਕਰਦਾ ਹੈ, ਤੇ ਕਿਆ ਉਹਦੀ ਮਿਹਨਤ ਦਾ ਮੁੱਲ ਇਹ ਲੋਕ ਲਾਉਣਗੇ ਜਿਨ੍ਹਾਂ ਨੂੰ ਪਤਾ ਨਹੀਂ, ਏਸੀ ਵਾਲੇ ਕਮਰੇ 'ਚ ਬੈਠ ਕੇ ਦੱਸਣਗੇ ਕਿ ਕਿਸਾਨ ਦੀ ਮਿਹਨਤ ਕੀ ਆ। ਮੈਂ ਆਪਣੇ ਇੱਕ ਛੋਟੇ ਜਿਹੇ ਗਾਣੇ ਦੇ ਰਾਹੀਂ ਆਪਣੇ ਜਿਹੜੇ ਵਿਚਾਰ ਹੈਗੇ ਉਹ ਪੇਸ਼ ਕਰਦੀ ਆ। ਬਿੱਟੂ ਖੰਨੇ ਵਾਲੇ ਬਹੁਤ ਹੀ ਅੱਛੇ ਰਾਈਟਰ ਨੇ, ਉਹਨਾਂ ਦਾ ਲਿਖਿਆ ਹੋਇਆ ਮੈਂ 2 ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਆ। ਭੁੱਖੇ ਮਾਰਨਾ ਚਾਹੁੰਦੇ ਹੋ ਮਜ਼ਦੂਰ ਜਵਾਨਾਂ ਨੂੰ, ਭੁੱਖੇ ਮਾਰਨਾ ਚਾਹੁੰਦੇ ਹੋ ਮਜ਼ਦੂਰ ਜਵਾਨਾਂ ਨੂੰ, ਜੰਗ ਲੜਨ ਲਈ ਕਰ ਦਿੱਤਾ ਮਜਬੂਰ ਕਿਸਾਨਾਂ ਨੂੰ, ਜੰਗ ਲੜਨ ਲਈ ਕਰ ਦਿੱਤਾ ਮਜਬੂਰ ਕਿਸਾਨਾਂ ਨੂੰ। ਰੇਲਾਂ ਸੜਕਾਂ ਜਾਮ ਵੀ ਕਰਕੇ ਖੰਭਣ ਲਾ ਦਿਆਂਗੇ, ਦਿੱਲੀ ਦੀ ਇਹ ਹਕੂਮਤ ਤੈਨੂੰ ਕੰਬਣ ਲਾ ਦਿਆਂਗੇ, ਦਿੱਲੀ ਦੀ ਇਹ ਹਕੂਮਤ ਤੈਨੂੰ ਕੰਬਣ ਲਾ ਦਿਆਂਗੇ, ਕਾਲੇ ਕਾਨੂੰਨ ਬਣਾਉਣ ਵਾਲਿਓ ਕੰਬਣ ਲਾ ਦਾਂਗੇ, ਸਾਰੇ ਇਕੱਠੇ ਹੋ ਕੇ ਤੁਹਾਨੂੰ ਕੰਬਣ ਲਾ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਧੱਕੇ ਸ਼ਾਹੀਆਂ ਅੱਗੇ ਤੈਨੂੰ ਖੜਨਾ ਪੈਣਾ
ਲੜਨਾ ਪੈਣਾ ਏ ਆਪਣੇ ਹੱਕਾਂ ਖਾਤਰ ਤੈਨੂੰ ਲੜਨਾ ਪੈਣਾ ਏ ਆਪਣੇ ਹੱਕਾਂ ਖਾਤਰ ਤੈਨੂੰ ਲੜਨਾ ਪੈਣਾ ਏ ਉਹ ਤੇਰੇ ਚਾਵਾਂ ਦੀ ਸੰਗੀ ਕੁੱਟਣ ਆ ਗਏ ਨੇ ਓਏ ਲੋਟੂ ਟੋਲੇ ਫਿਰ ਤੋਂ ਤੈਨੂੰ ਲੁੱਟਣ ਆ ਗਏ ਨੇ ਓ ਲੋਟੂ ਟੋਲੇ ਫਿਰ ਤੋਂ ਤੈਨੂੰ ਲੁੱਟਣ ਆ ਗਏ ਨੇ ਕਿੱਥੇ ਕਾਲਾ ਮਾਲਾ ਇਹ ਗੱਲ ਸੋਚਣ ਵਾਲੀ ਏ ਬਈ ਕਿੱਥੇ ਕਾਲਾ ਮਾਲਾ ਇਹ ਗੱਲ ਸੋਚਣ ਵਾਲੀ ਏ ਜਿਹੜਾ ਸਭਨਾ ਦਾ ਢਿੱਡ ਭਰਦਾ ਉਹਦਾ ਢਿੱਡ ਕਿਉਂ ਖਾਲੀ ਏ ਉਹ ਲੜ ਖੜਾਉਂਦੇ ਨੂੰ ਸਿਰ ਪਰਨੇ ਸੁੱਟਣ ਆ ਗਏ ਨੇ ਉਹ ਲੋਟੂ ਟੋਲੇ ਫਿਰ ਤੋਂ ਤੈਨੂੰ ਲੁੱਟਣ ਆ ਗਏ ਨੇ ਲੋਟੂ ਟੋਲੇ ਫਿਰ ਤੋਂ ਤੈਨੂੰ ਲੁੱਟਣ ਆ ਗਏ ਨੇ ਨਸ਼ਿਆਂ ਦੇ ਨਾਲ ਪਹਿਲਾਂ ਦਿੱਤਾ ਰੋਲ ਜਵਾਨੀ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਨਸ਼ਿਆਂ ਦੇ ਨਾਲ ਪਹਿਲਾਂ ਦਿੱਤਾ ਰੋਲ ਜਵਾਨੀ ਨੂੰ ਹੁਣ ਖੋਣਾ ਚਾਹੁੰਦੇ ਨੇ ਤੇਰੀ ਕਿਰਸਾਨੀ ਨੂੰ ਵਾਧੂ ਮਰਦਾ ਖੇਤਾਂ ਦੇ ਵਿੱਚ ਉਹਦੇ ਪੈਰ ਦੇਖੋ ਉਹਦੇ ਹੱਥ ਦੇਖੋ ਸੋ ਬੇਨਤੀ ਹੈ ਨੌਜਵਾਨਾਂ ਨੂੰ ਇਹ ਦੂਜੀ ਤੀਜੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕੁਝ ਫਰੀ ਲੈਣਾ ਬੰਦ ਕਰੋ ਜਦੋਂ ਵੀ ਅਸੀਂ ਫੇਲ ਹੋਏ ਆ ਤਾਂ ਸਾਨੂੰ ਸਾਰਾ ਕੁਝ ਫਰੀ ਦਿੱਤਾ ਗਿਆ ਮੰਨਦੇ ਆ ਕਿ ਨਹੀਂ ਗੋਰਿਆਂ ਨੇ ਸਾਨੂੰ ਅਸੀਂ ਦੁੱਧ ਪੀਣ ਵਾਲੀ ਕੌਮ ਸੀ ਗੋਰਿਆਂ ਨੇ ਸਾਨੂੰ ਚਾਹ ਲਾਈ ਚਾਹ ਕਿੱਦਾਂ ਲਾਈ ਫਰੀ ਵੰਡੀ ਪਹਿਲਾਂ ਉਹਨਾਂ ਨੇ ਫਿਰ ਸਾਡੇ ਨੌਜਵਾਨਾਂ ਨੂੰ ਸਿਗਰਟਾਂ ਲਾਈਆਂ ਉਹ ਸਿਗਰਟਾਂ ਫਰੀ ਵੰਡੀਆਂ ਗਈਆਂ ਉਹ ਫਿਰ ਸਾਨੂੰ ਚਿੱਟਾ ਲਾਇਆ ਅਸੀਂ ਗੁੜ ਖਾਂਦੇ ਸੀ ਸਾਨੂੰ ਚੀਨੀ ਲਾਈ ਸਾਰਾ ਕੁਝ ਫਰੀ ਦਿੱਤਾ ਜਾਂਦਾ ਇਸ ਕਰਕੇ ਪਲੀਜ਼ ਫਰੀ ਹੁਣ ਪਿੱਛੇ ਜੇ ਤੇ ਜੀਓ ਦਾ ਸਿਮ ਆ ਇਹਨਾਂ ਨੇ ਐਡਾ ਫਰੀ ਵੰਡਦੇ ਨਾ ਆ ਕੱਲਾ ਨਿਆਣਾ ਉਹਦਾ ਐਸਾ ਹਾਲ ਕਰਦਾ ਕਿ ਪਿੰਡਾਂ ਦੇ ਵਿੱਚ ਜਦੋਂ ਮੋੜ ਤੇ ਜਾ ਕੇ ਬੈਠੇ ਆ ਤਾਂ YouTube ਐ ਕੱਢ ਕੇ ਬੈਠੇ ਆ ਔਰ ਤੁਹਾਨੂੰ ਪਤਾ ਵੀ YouTuber ਦੇ ਉੱਤੇ ਕਿੰਨਾ ਕੁ ਗੰਦ ਭਰਿਆ ਪਿਆ ਸੋ ਇਹ ਬੇਨਤੀਆਂ ਆ ਨਹੀਂ ਤਾਂ ਸਾਡਾ ਪੰਜਾਬ ਦਾ ਬੁਰਾ ਹਾਲ ਹੋ ਜਾਣਾ ਕਿਉਂਕਿ ਅੱਧੇ ਨਿਆਣੇ ਤਾਂ ਸਾਨੂੰ ਇਸ ਮਜਬੂਰੀ ਕਰਕੇ ਬਾਹਰ ਭੇਜਣੇ ਪੈ ਗਏ ਪਿੱਛੇ ਕੌਣ ਰਹਿ ਗਏ ਅਸੀਂ ਜਾਂ ਦੂਜੀਆਂ ਸਟੇਟਾਂ ਦੇ ਬੱਚੇ ਬਹੁਤ ਇਸ ਕਾਰਜੋ ਮਰਡਾ ਏਰੀਏ ਦੇ ਪਿੰਡਾਂ ਤੋਂ ਆਏ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਮੈਂ ਫਤਿਹ ਕਰਦਾ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਿਰ ਮੈਂ ਤੁਹਾਡੇ ਸਾਰਿਆਂ ਵੱਲੋਂ ਇਹਨਾਂ ਮਹਾਨ ਕਲਾਕਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਛੋਟੇ ਵੀਰ ਮਲਕੀਤ ਰੌੜੀ ਨੇ ਤੁਹਾਨੂੰ 12-13 ਦਿਨ ਤੋਂ ਇਹਨਾਂ ਪੱਥਰਾਂ ਦੇ ਸੌਦਿਆਂ ਨੂੰ ਦੁਬਾਰਾ ਰੀਚਾਰਜ ਕਰਨ ਵਾਸਤੇ ਇਹਨਾਂ ਸਾਰਿਆਂ ਨੇ ਤੁਹਾਨੂੰ ਦਰਸ਼ਨ ਕਰਵਾਏ ਨੇ ਔਰ ਇਹਨਾਂ ਦੇ ਵਿਚਾਰਾਂ ਦੇ ਤੁਸੀਂ ਵਾਕਫ ਹੋਏ ਇਹ ਮੇਰਾ ਕਹਿਣਾ ਸਾਨੂੰ ਸਾਰਿਆਂ ਨੂੰ ਗੱਲ ਮੰਨ ਲੈਣੀ ਚਾਹੀਦੀ ਹੈ ਵੀ ਇਸ ਲੜਾਈ 'ਚ ਇਕੱਲੇ ਕਿਸਾਨ ਨਹੀਂ ਆਪਣੇ ਖੇਤ ਮਜ਼ਦੂਰ ਆਪਣੇ ਸ਼ਹਿਰੀ ਆਪਣੇ ਆਰਥੀ ਭਾਈਚਾਰਾ ਹਰੇਕ ਛੋਟੇ ਤੋਂ ਛੋਟੇ ਦੇ ਲੈ ਕੇ ਵੱਡੇ ਤੋਂ ਵੱਡਾ ਜ਼ਿਮੀਂਦਾਰ ਅੱਜ ਸਾਰਾ ਇਸ ਗੱਲ ਨੂੰ ਸਮਝ ਗਿਆ ਵੀ ਜਿਹੜੀਆਂ ਇਹ ਸਰਕਾਰਾਂ ਆਉਂਦੀਆਂ ਨੇ ਇਹ ਸਾਡਾ ਖੂਨ ਚੂਸਣ ਵਾਸਤੇ ਆਉਂਦੀਆਂ ਨੇ ਸਾਡੇ ਭਲੇ ਵਾਸਤੇ ਨਹੀਂ ਆਉਂਦੀਆਂ 20 ਹਿੰਦੂ ਰੋਜ਼ ਕਤਲ ਕੀਤਾ ਉਹਨਾਂ ਦੇ ਜਨੇਊ ਲਾ ਕੇ ਟੋਪੀਆਂ ਬਣਾਈਆਂ ਨੇ ਔਰੰਗਜ਼ੇਬ ਨੇ ਤੇ ਵੇਚ ਕੇ ਰੋਟੀ ਖਾਂਦਾ ਸੀ ਐਡਾ ਜ਼ੁਲਮ ਆਪਾਂ ਦਿੱਲੀ ਜਾਣ ਦੀ ਗੱਲ ਕਰਦੇ ਥੋੜੀ ਜਿਹੀ ਗੱਲ ਮੈਂ ਹੋਰ ਵਿਸਤਾਰ ਨਾਲ ਸੁਣਿਓ ਜੀ ਗੁਰੂ ਤੇਗ ਬਹਾਦਰ ਜੀ ਬੈਠੇ ਸੀ ਇਹ ਤਾਂ ਪਤਾ ਹੀ ਹੋਗਾ ਨਾ ਨੌਜਵਾਨ ਪੀੜ੍ਹੀ ਨੂੰ ਕਿ ਗੁਰੂ ਤੇਗ ਬਹਾਦਰ ਜੀ ਕੌਣ ਸੀ ਉਹ ਬੈਠੇ ਸੀ ਸਿੰਘਾਸਨ ਤੇ ਬੜੀ ਲੰਬੀ ਸੋਚ ਦੇ ਵਿੱਚ ਤੇ ਕਸ਼ਮੀਰੀ ਪੰਡਤ ਆਏ ਉਹਨਾਂ ਨੇ ਹੱਥ ਜੋੜ ਕੇ ਕਿਹਾ ਬਾਬਾ ਜੀ ਸਾਡਾ ਧਰਮ ਖਤਰੇ 'ਚ ਹੈ ਔਰੰਗਜ਼ੇਬ ਸਾਡੇ ਤੇ ਬਹੁਤ ਜ਼ੁਲਮ ਕਰ ਰਿਹਾ 20,000 ਹਿੰਦੂ ਮਾਰਦਾ ਜਾਂ ਮੁਸਲਮਾਨ ਬਣਾਉਂਦਾ ਜਨੇਊ ਲਾਉਂਦਾ ਟੋਪੀਆਂ ਸੀਂਦਾ ਵੇਚ ਕੇ ਰੋਟੀ ਖਾਂਦਾ ਸੱਤ ਨਵਾਜੀ ਵੀ ਹੈ 10ਵੇਂ ਪਾਤਸ਼ਾਹ 9 ਸਾਲ ਦੇ ਸੀ ਕੋਲ ਸੁਪੁੱਤਰ ਆਇਆ ਉਹਨੇ ਕਿਹਾ ਬਾਪੂ ਜੀ ਕੀ ਗੱਲ ਹੈ ਗੁਰਪਿਤਾ ਐਨੇ ਉਦਾਸ ਸਹੀ ਸੋਚ ਕਿਉਂ ਬੈਠੇ ਤੇ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ
ਪੁੱਤਰ ਜੀ ਇਹਨਾਂ ਦਾ ਧਰਮ ਬਹੁਤ ਖਤਰੇ 'ਚ ਹੈ। ਕਿਸੇ ਬ੍ਰਹਮ ਗਿਆਨੀ ਨੂੰ ਸ਼ਹੀਦੀ ਦੇਣੀ ਪਊਗੀ। 9 ਸਾਲ ਦੇ ਗੁਰੂ ਸਾਹਿਬ ਆ ਸੁਣ ਲਿਓ ਜੇ, ਗੁਰੂ ਦੇ ਲਾਲੋ ਸਿੱਖੀ 'ਚ ਜੰਮੇ ਹੋਏ ਮੇਰੇ ਵੱਡ ਵਡੇਰਿਓ ਤੇ ਮੇਰੇ ਪੁੱਤਰੋ, ਆ ਸੁਣਿਓ ਜੇ 9 ਸਾਲ ਦਾ ਸੁਪੁੱਤਰ ਆਪਣੇ ਪਿਤਾ ਨੂੰ ਕੀ ਕਹਿ ਰਿਹਾ, ਪਿਤਾ ਜੀ ਤੋਂ ਵੱਡਾ ਬ੍ਰਹਮ ਗਿਆਨੀ ਕੌਣ ਹੋ ਸਕਦਾ ਹੈ? ਜਾਓ ਜਾ ਕੇ ਨਾ ਧਰਮ ਬਚਾਓ। ਆ ਜਿਹੜੀ ਦਿੱਲੀ ਜਾਣ ਦੀ ਆਪਾਂ ਗੱਲ ਕਰਦੇ ਆ ਨਾ, ਵੀ ਇਹਨਾਂ ਨੇ ਬੁਲਾਇਆ ਹੈ, ਗੱਲਬਾਤ ਕਰਨੀ ਹੈ, ਤੇ ਗੱਲਬਾਤ ਕਰਨ ਵਾਸਤੇ ਗੁਰੂ ਤੇਗ ਬਹਾਦਰ ਜੀ ਵੀ ਗਏ ਸੀ। ਵਾਰਤਾਲਾਪ ਕੀ ਹੁੰਦੀ ਹੈ? ਕੋਈ ਔਰੰਗਜ਼ੇਬ ਬੇਵਕੂਫ ਨਹੀਂ ਸੀ, ਬਰਾਬਰ ਬਹਿ ਕੇ ਪੁੰਜੇ ਉਹਨੇ ਗੱਲ ਸ਼ੁਰੂ ਕੀਤੀ। ਕਹਿੰਦਾ ਬਾਬਾ ਜੀ ਤੁਸੀਂ ਹਿੰਦੂ ਨਹੀਂ, ਤੁਸੀਂ ਤਿਲਕ ਨਹੀਂ ਲਾਇਆ, ਤੁਸੀਂ ਜੰਝੂ ਨਹੀਂ ਪਾਇਆ, ਤੁਸੀਂ ਹਿੰਦੂਆਂ ਦੀ ਰੱਖਿਆ ਵਾਸਤੇ ਕਿਉਂ ਆਏ? ਗੁਰੂ ਸਾਹਿਬ ਕਹਿੰਦੇ ਮੈਂ ਕਿਸੇ ਦੀ ਰੱਖਿਆ ਵਾਸਤੇ ਨਹੀਂ ਆਇਆ। ਜ਼ਬਰ ਤੇ ਜ਼ੁਲਮ ਤੂੰ ਕਰ ਰਿਹਾ, ਪਿਆਰ ਨਾਲ ਭਾਵੇਂ ਤੂੰ ਸਾਰੇ ਮੁਸਲਮਾਨ ਬਣਾ ਲੈ, ਮੈਨੂੰ ਕੋਈ ਇਤਰਾਜ਼ ਨਹੀਂ। ਔਰੰਗਜ਼ੇਬ ਨੇ ਕਿਹਾ ਜੀ ਮੈਂ ਇਸ ਕਰਕੇ ਸਭ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਕਿ ਧਰਮਾਂ ਪਿੱਛੇ ਲੋਕ ਲੜਦੇ ਆ, ਇੱਥੇ ਇੱਕੋ ਹੀ ਧਰਮ ਹੋਣਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਕਿ ਨਹੀਂ, ਇਹ ਗਲਤ ਹੈ। ਜੇ ਅਕਾਲ ਪੁਰਖ ਨੂੰ ਇਹ ਗੱਲ ਮਨਜ਼ੂਰ ਹੁੰਦੀ ਤਾਂ ਸਾਡੀਆਂ ਸ਼ਕਲਾਂ ਇੱਕੋ ਨਹੀਂ ਬਣਾਉਂਦਾ। ਜੇ ਅਕਾਲ ਪੁਰਖ ਨੂੰ ਇਹ ਗੱਲ ਮਨਜ਼ੂਰ ਹੁੰਦੀ ਤਾਂ ਕਾਇਨਾਤ ਸਾਰੀ ਇੱਕੋ ਜਿਹੀ ਹੋਣੀ ਸੀ। ਉਹਨੇ ਇੱਕ ਗੁਲਦਸਤਾ ਬਣਾਇਆ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਚੰਗੇ ਲੱਗਦੇ ਨੇ, ਇਸ ਕਰਕੇ ਤੂੰ ਗਲਤ ਹੈ। ਕਰਦੇ ਕਰਦੇ ਸਵਾਲਾਂ ਮੁੱਕੇ, ਕਿਉਂਕਿ ਜਦ ਰਾਜਾ ਗੱਦੀ ਤੇ ਬੈਠਾ ਹੋਵੇ ਨਾ ਤੇ ਹੰਕਾਰਿਆ ਹੋਵੇ ਤੇ ਫਿਰ ਉਹ ਗੱਲ ਨਹੀਂ ਆਉਂਦੀ। ਉਹ ਕਹਿੰਦਾ ਜੀ ਗੱਲ ਇਹ ਹੈ, ਮੈਨੂੰ ਵੀ ਪਤਾ ਜੇ ਤੁਸੀਂ ਨਾਮ ਮੁਸਲਮਾਨ ਬਣੇ ਅਸੀਂ ਤੁਹਾਡਾ ਮੈਂ ਸੀਸ ਲਾ ਦਿਆਂਗਾ। ਗੁਰੂ ਸਾਹਿਬ ਹੱਸ ਪਏ, ਹੋਣਾ ਤੁਹਾਡੇ ਨਾਲ ਵੀ ਏਦਾਂ ਹੀ ਹੈ। ਜਾਇਓ ਦਿੱਲੀ, ਕਰਿਓ ਗੱਲ ਇਹਨਾਂ ਨਾਲ ਤੇ ਦੇਖੋ ਜਵਾਬ ਕਿਹਾ ਜਾ ਟਕੇ ਸਰ ਮਿਲਦਾ। ਇਹ ਮੇਰੀ ਗੱਲ ਨੋਟ ਕਰ ਲਿਓ ਜੀ। ਅੱਜ ਗੁਰੂ ਸਾਹਿਬ ਨੂੰ ਆਪਣਾ ਸੀਸ ਦੇਣਾ ਪਿਆ, ਉਸ ਤੋਂ ਬਾਅਦ ਸਿੱਖੀ ਸਾਡੀ ਨਹੀਂ ਪਈ। ਕਿ ਜਿਹੜੇ ਹਾਕਮ ਨੇ, ਜਿਹੜੇ ਕਾਨੂੰਨ ਬਣਾਉਂਦੇ ਨੇ, ਕਾਸ਼ ਉਹ ਇੱਕ ਵਾਰੀ ਆ ਕੇ 1 ਮਿੰਟ ਲਈ ਇੱਕ ਖੇਤ ਦੇ ਵਿੱਚ ਖੜ ਕੇ ਤਾਂ ਵੇਖ ਲੈਂਦੇ ਜਿਨ੍ਹਾਂ ਨੇ ਕਾਨੂੰਨ ਬਣਾਏ ਨੇ। ਔਰ ਇੱਕ ਹੋਰ ਲੇਟੈਸਟ ਜਿਹੜੀ ਗੱਲ ਇਹ ਹੈ ਕਿ ਤੁਹਾਡਾ ਧਿਆਨ ਭਟਕਾਉਣ ਲਈ, ਤੁਹਾਡਾ ਇਰਾਦੇ ਬਦਲਣ ਵਾਸਤੇ ਉਹ ਸਰਕਾਰਾਂ ਨੇ ਫਿਰ ਆਪਣੀਆਂ ਨੀਤੀਆਂ ਸ਼ੁਰੂ ਕਰ ਦਿੱਤੀਆਂ ਨੇ। ਕੱਲ ਗੁਰੂ ਗ੍ਰੰਥ ਸਾਹਿਬ ਦੇ ਫਿਰ ਬੇਅਦਬੀ ਹੋਈ ਹੈ ਨਾਭੇ ਪਿੰਡ ਦੇ ਕੋਲ। ਸੋ ਉਹ ਚਾਹੁੰਦੇ ਨੇ ਕਿ ਇਹਨਾਂ ਦਾ ਧਿਆਨ ਭਟਕਾਈਏ, ਕਿਵੇਂ ਨਾ ਕਿਵੇਂ ਇਹ ਹੋਰ ਇਹਨਾਂ ਦੇ ਗੁਰੂ ਮਹਾਰਾਜ ਦੀ ਇਦਾਂ ਦਾ ਕੁਝ ਕਰੀਏ ਕਿ ਉਧਰ ਨੂੰ ਤੁਰ ਪੈਣ। ਪਰ ਕਿਸਾਨ ਕੀ, ਪੰਜਾਬ ਦੇ ਵਿੱਚ ਇੰਨਾ ਪੰਜਾਬੀ ਹੈ ਕਿ ਕੁਝ ਆਪਣੇ ਸਾਡੇ ਗੁਰੂ ਮਹਾਰਾਜ ਦੀ ਅਸੀਂ ਕਿਰਪਾ ਦੇ ਨਾਲ ਅਸੀਂ ਗੁਰੂ ਘਰਾਂ ਅੱਗੇ ਵੀ ਰਾਖੀ ਕਰਾਂਗੇ ਤੇ ਧਰਨਿਆਂ ਤੇ ਵੀ ਬੈਠਾਂਗੇ। ਸੋ ਇਹ ਜਿਹੜੇ ਕਾਨੂੰਨ ਬਣਾਏ ਨੇ ਸਾਰੇ ਕਲਾਕਾਰਾਂ ਨੇ, ਐਕਟਰ ਭਰਾਵਾਂ ਨੇ ਸਾਰੇ ਦੱਸੇ ਹੀ ਹੈ ਕਿ ਬੀਜੇ ਕੋਈ, ਪਾਣੀ ਕੋਈ ਲਾਵੇ, ਰਾਤਾਂ ਕੱਟੇ ਕੋਈ, ਧੁੱਪਾਂ ਸਵੇ ਕੋਈ, ਉਹ ਮਾਲ ਦੀਆਂ ਰਾਤਾਂ ਸਵੇ ਕੋਈ, ਤੇ ਰੇਟ ਆ ਕੇ ਲਾਵੇ ਕੋਈ। ਇਹਨਾਂ ਨੂੰ ਪੁੱਛਿਆ ਅੰਬਾਨੀਆਂ ਡਾਨੀਆਂ ਨੂੰ, ਤੁਹਾਡੀ 2 ਰੁਪਏ ਦੀ ਬਨੈਣ ਹੁੰਦੀ ਹੈ, 1.5 ਹੱਥ ਦਾ ਟੈਗ ਲਾ ਗਿਆ ਹੁੰਦਾ ਉੱਤੇ, ਇਹਦੀ ਕੀਮਤ ਇਹ ਹੈ ਤੇ ਜੱਟ ਦੇ ਬੋਰ ਦੀ ਕੀਮਤ ਤੂੰ ਲਾਏਗਾ। ਵਾਹ ਬਈ ਵਾਹ। ਤੇ ਤੇਰਾ ਟੈਗ 1.5 ਰੁਪਏ ਦੀ ਬਨੈਣ ਤੇ ਵੀ ਹੋਵੇ ਤੇ ਜੱਟ ਦੇ ਬੋਰ ਦੀ ਕੀਮਤ ਉਹ ਆਪ ਨਹੀਂ ਲਾ ਸਕਦਾ, ਤੂੰ ਲਾਏਗਾ। ਤੂੰ ਹੁੰਦਾ ਕੌਣ ਹੈ ਜੱਟ ਦੀ ਕੀਮਤ ਦੇ ਵੱਲ ਦੇਖਣ ਵਾਲਾ? ਤੂੰ ਹੈ ਕੌਣ? ਤੇ ਆ ਕੇ ਤਾਂ ਬੇਸ ਤੈਨੂੰ ਪਤਾ ਲੱਗੇ ਕਿ ਹੁੰਦਾ ਕੀ ਹੈ। ਇਹਨਾਂ ਨੇ, ਦਿੱਲੀ ਨੇ ਕਦੇ ਵਫਾ ਕੀਤੀ ਹੈ ਪੰਜਾਬ ਨਾਲ? ਖਾਸ ਕਰਕੇ ਜਿਵੇਂ ਯੋਗਰਾਜ ਭਾਜੀ ਨੇ ਕਿਹਾ ਕਿ ਲੈ ਲਓ ਔਰੰਗਜ਼ੇਬ ਤੋਂ ਅੱਜ ਤੱਕ ਇਹਨਾਂ ਦੀ ਅੱਖ ਪੰਜਾਬ ਤੇ ਨਹੀਂ। ਇਹ ਕਾਨੂੰਨ ਵੈਸੇ ਬਿਹਾਰ 'ਚ ਲੱਗ ਚੁੱਕੇ ਬਹੁਤ ਦੇਰ ਦਾ ਪਹਿਲਾਂ ਦਾ, ਪਰ ਉੱਥੇ ਕੋਈ ਅਣਖੀਲਾ ਨਹੀਂ ਹੈ, ਉੱਥੇ ਪੰਜਾਬੀ ਨਹੀਂ ਹੈ। ਉਹਨੇ ਸੋਚਿਆ ਜਿਵੇਂ ਬਿਹਾਰ ਚੁੱਪ ਕਰ ਗਿਆ ਉਵੇਂ ਪੰਜਾਬ ਵੀ ਚੁੱਪ ਕਰ ਗਿਆ। ਉਹ ਸਕੀਮੀ ਨੇ ਸਾਰਾ ਕੁਝ ਲਾਕਡਾਊਨ ਦੇ ਵਿੱਚ ਕੀਤਾ ਕਿ ਲੋਕ ਘਰਾਂ ਦੇ ਵਿੱਚ ਬੰਦ ਨੇ, ਬਾਹਰ ਆ ਨਹੀਂ ਸਕਦੇ, ਆਪਣੇ ਕਾਨੂੰਨ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੂਨ ਕਰ ਲਓ। ਪਰ ਉਹਨੇ ਪੰਗਾ ਪੁੱਠੀ ਜਗ੍ਹਾ ਪਾ ਲਿਆ, ਉਹਨੇ ਪੰਗਾ ਗਲਤ ਲੈ ਲਿਆ ਜੱਟਾ ਪੰਜਾਬ ਦੇ ਨਾਲ। ਇਹਨੂੰ ਪਤਾ ਨਹੀਂ, ਇਹ ਭੁੱਲ ਗਿਆ ਕਿ ਜਿਹਨੇ ਪੰਜਾਬ ਵੱਲ ਅੱਖ ਕਰਕੇ ਚੱਕੀ ਹੈ
ਉਹ ਫਿਰ ਚੁੱਕਿਆ ਹੀ ਗਿਆ, ਚਾਹੇ ਉਹ ਰੱਬ ਦੀਆਂ ਨਜ਼ਰਾਂ 'ਚ ਚੁੱਕਿਆ ਗਿਆ, ਚਾਹੇ ਉਹ ਦੁਨੀਆ ਦੀਆਂ ਨਜ਼ਰਾਂ 'ਚ ਚੁੱਕਿਆ ਗਿਆ। ਸੋ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਸਾਨੂੰ ਤੁਹਾਨੂੰ ਪਤਾ ਹੀ ਹੈ, ਅਸੀਂ ਹਰ ਬੰਦਾ ਦੁਨੀਆ ਦੇ ਵਿੱਚ, ਚਾਹੇ ਉਹ ਅੰਬਾਨੀ ਹੈ, ਚਾਹੇ ਅੰਡਾਨੀ ਹੈ, ਚਾਹੇ ਕੋਈ ਹੋਰ ਟਾਟਾ ਹੈ, ਕੋਈ ਬਿਰਲਾ ਹੈ, ਕੋਈ ਕੁਝ ਵੀ ਹੈ, ਰਿਲਾਇੰਸ ਹੈ, ਉਹ ਕਰੋੜਾਂ ਦਾ ਬਿਜ਼ਨਸ 1 ਮਿੰਟ 'ਚ ਕਰ ਸਕਦੇ ਨੇ, ਅਰਬਾਂ ਦਾ ਬਿਜ਼ਨਸ 1 ਮਿੰਟ 'ਚ ਕਰ ਸਕਦੇ ਨੇ, ਪਰ ਜਦੋਂ ਰੋਟੀ ਖਾਣੀ ਹੈ ਤਾਂ ਕਣਕ ਦੀ ਉਹ ਖਾਣੀ ਹੈ। ਉਹ ਕਣਕ ਅੰਨਦਾਤਾ ਉਗਾਉਂਦਾ ਸਾਡਾ, ਉਹ ਰੋਟੀ ਕੋਈ ਹੋਰ ਨਹੀਂ ਉਗਾਉਂਦਾ। ਰੋਟੀ ਇਹ ਕਣਕ ਫੈਕਟਰੀਆਂ 'ਚ ਨਹੀਂ ਬਣਦੀ, ਕਣਕ ਮਿੱਲਾਂ 'ਚ ਨਹੀਂ ਬਣਦੀ, ਇਹ ਅੰਨਦਾਤਾ ਸਾਡਾ ਇਹੀ ਬਣਾਉਂਦਾ, ਖਾਣਾ ਇਹੀ ਪੈਣਾ ਉਹਨਾਂ। ਇਸ ਕਰਕੇ ਅਸੀਂ ਕਲਾਕਾਰ ਆ, ਅਸੀਂ ਆਪਣੇ ਢੰਗ ਦੇ ਨਾਲ ਹਾਜ਼ਰੀ ਲਗਾਉਂਦੇ, ਤੁਸੀਂ ਜਿਹੜੇ ਬੁਲਾਰੇ ਆ ਹੋਰ ਢੰਗ ਦੇ ਨਾਲ ਲਾਉਂਦੇ ਆ। 8-10 ਸਾਲ ਪਹਿਲਾਂ ਇੱਕ ਹਿੰਦੀ ਫਿਲਮ ਆਈ ਸੀ, ਉਹਦੇ ਵਿੱਚ ਮੈਂ ਗਾਣਾ ਗਾਇਆ ਸੀਗਾ ਸ਼ਹੀਦ ਭਗਤ ਸਿੰਘ ਹੋਰਾਂ ਦੀ ਫਿਲਮ ਦੇ ਵਿੱਚ। ਉਹ ਮੈਨੂੰ ਨਹੀਂ ਸੀ ਪਤਾ ਕਿ ਅੱਜ ਇਸ ਜਗ੍ਹਾ ਤੇ ਉਹ ਆ ਕੇ ਫਿੱਟ ਹੋਏਗਾ। ਸੋ ਮੈਂ 2 ਲਾਈਨਾਂ ਆਉਂਦੀਆਂ ਤੇ 2 ਲਾਈਨਾਂ ਮੈਂ ਹੋਰ ਕਰਾਂਗਾ, ਉਸ ਤੋਂ ਬਾਅਦ ਮੈਂ ਤੁਹਾਡੇ ਖਿਦਮਤ ਚ ਅੱਜ ਕਹਾਂਗਾ। ਬਹੁਤ ਸਾਰੇ ਬੁਲਾਰੇ ਬੈਠੇ, ਕਲਾਕਾਰ ਭਰਾ ਬੈਠੇ, ਹੌਬੀ ਭਾਜੀ ਤੇ ਹੋਰ ਸਾਰੇ ਕਲਾਕਾਰ ਬੈਠੇ, ਉਹਨਾਂ ਨੇ ਤੁਹਾਡੇ ਰੂਬਰੂ ਹੋਣਾ ਹੈ। ਹੋਰ ਜਗ੍ਹਾ ਵੀ ਜਾਣਾ ਧਰਨਿਆਂ ਤੇ, ਹੋਰ ਜਗ੍ਹਾ ਵੀ ਅਸੀਂ ਤੁਹਾਡੇ ਨੌਕਰ ਹਾਂ, ਤੁਹਾਡੇ ਭਰਾ ਹਾਂ, ਤੁਹਾਡੇ ਛੋਟੇ, ਹਰ ਜਗ੍ਹਾ ਤੇ ਜਾ ਕੇ ਹਾਜ਼ਰੀ ਦੇਣੀ ਹੈ। ਤੇ ਉਹ ਲਾਈਨਾਂ ਇਹ ਸੀਗੀਆਂ, ਪਗੜੀ ਸੰਭਾਲਿਓ ਸੱਤਾ, ਪਗੜੀ ਸੰਭਾਲ, ਉਹ ਪਗੜੀ ਸੰਭਾਲ ਜੱਟਾ, ਉਹ ਪਗੜੀ ਸੰਭਾਲ, ਪਗੜੀ ਸੰਭਾਲ ਤੇਰਾ ਲੁੱਟ ਲਗੇ ਵਾਲਿਏ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ, ਉਹ ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ। ਇਹ ਸੀ ਉਸ 2 ਲਾਈਨਾਂ ਹਿੰਦੀ ਫਿਲਮ ਦੀਆਂ। ਤੇ ਇੱਕ ਜਿਹੜੀ ਹੋਰ ਮੈਂ ਇੱਕ ਗਾਣਾ ਰਿਕਾਰਡ ਕਰਵਾ ਰਿਹਾ ਕੱਲ, ਉਹ ਵੀ ਸਾਡੇ ਪੰਜਾਬ ਵੱਲੋਂ ਬੰਗਾਰ ਹੈ ਦਿੱਲੀ ਨੂੰ। ਤੂੰ ਕੀਤੀ ਪੱਤ ਪੰਜਾਬ ਦੀ ਅੱਜ ਲੀਰਾ ਲੀਰਾ, ਹੋ ਕੀਤੀ ਪੱਤ ਪੰਜਾਬ ਦੀ ਅੱਜ ਲੀਰਾ ਲੀਰਾ, ਤੈਨੂੰ ਵਿੱਚ ਪੰਜਾਬ ਦੇ ਭਾਲ ਦੇ ਖੰਡੇ ਸ਼ਮਸ਼ੀਰਾਂ, ਤੈਨੂੰ ਵਿੱਚ ਪੰਜਾਬ ਦੇ ਭਾਲ ਦੇ ਖੰਡੇ ਸ਼ਮਸ਼ੀਰਾਂ। ਉਹ ਮੈਂ ਜਲਿਆਂਵਾਲੇ ਬਾਗ ਨੂੰ ਸਮਝਾ ਕੇ ਆਇਆ, ਮੈਂ ਸੁਦਾਸਰ ਵਿੱਚ ਉਹ ਮੋਦੀਆ ਅਜਮਾ ਕੇ ਆਇਆ, ਕਿੰਜ ਬਦਲਾ ਲੈਣਾ ਕੌਮ ਦਾ ਸਮਝਾ ਕੇ ਆਇਆ। ਤੂੰ ਕੀਤੀ ਪੱਤ ਪੰਜਾਬ ਦੀ ਅੱਜ ਲੀਰਾ ਲੀਰਾ, ਤੈਨੂੰ ਵਿੱਚ ਪੰਜਾਬ ਦੇ ਭਾਲ ਦੇ ਖੰਡੇ ਸ਼ਮਸ਼ੀਰਾਂ, ਤੈਨੂੰ ਵਿੱਚ ਪੰਜਾਬ ਦੇ ਭਾਲ ਦੇ ਖੰਡੇ ਸ਼ਮਸ਼ੀਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਅੱਜ ਆਪਾਂ ਸਾਰੇ ਕਿਸਾਨ ਭਰਾ ਸਾਰੇ ਇਕੱਠੇ ਹੋਏ ਆ, ਕਿਸਾਨ ਭਰਾ, ਆੜ੍ਹਤੀਆ ਸਾਹਿਬਾਨ ਔਰ ਸਾਡੇ ਮਜ਼ਦੂਰ ਭਰਾ, ਆਪਾਂ ਸਾਰੇ ਇਕੱਠੇ ਹੋਏ ਆ ਇਸ ਧਰਨੇ ਦੇ ਉੱਤੇ, ਕਿਉਂਕਿ ਅਸੀਂ ਤੁਹਾਡੇ ਲਈ ਸਾਰੇ ਦੁਆਵਾਂ ਕਰਦੇ ਹਾਂ। ਕਲਾਕਾਰ ਦੀ ਹਮੇਸ਼ਾ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੋਣੀਆਂ ਚਾਹੀਦੀਆਂ, ਖੇੜੇ ਹੋਣੇ ਚਾਹੀਦੇ ਆ, ਤੁਹਾਡੇ ਘਰ ਦੇ ਵਿੱਚ ਦਾਣੇ ਹੋਣੇ ਚਾਹੀਦੇ ਆ, ਕਿਉਂਕਿ ਤੁਹਾਡੇ ਘਰ ਦੇ ਵਿੱਚ ਦਾਣੇ ਹੋਣਗੇ ਤੇ ਤਾਂ ਹੀ ਅਸੀਂ ਤੁਹਾਡੇ ਘਰੇ ਪ੍ਰੋਗਰਾਮ ਲਾ ਕੇ ਆਵਾਂਗੇ। ਕਿਉਂਕਿ ਸਾਡੇ ਬੱਚੇ ਆ ਜਿਹੜੇ, ਉਹ ਵੀ ਤੁਹਾਡੇ ਸਿਰ ਤੇ ਪਲਦੇ ਆ। ਸੋ ਕਿਸਾਨ ਭਰਾਵਾਂ ਲਈ ਅਸੀਂ ਦੁਆਵਾਂ ਕਰਦੇ ਹਾਂ, ਤੁਹਾਨੂੰ ਮਾਲਕ ਚੜ੍ਹਦੀ ਕਲਾ 'ਚ ਰੱਖੇ। ਜੇ ਤੁਹਾਡੇ ਘਰ ਦਾਣੇ ਨਾ ਹੋਣ, ਸਾਡੇ ਤੁਸੀਂ ਪ੍ਰੋਗਰਾਮ ਨਾ ਲਵਾਓ, ਤੇ ਨੂਰੀ ਭੈਣ ਆਪਾਂ ਕੀ ਘਰ ਬਾਜਾ ਲੈ ਕੇ ਵੜ ਜਾਂਗੇ। ਇਸ ਕਰਕੇ ਅਸੀਂ ਤੁਹਾਡੇ ਵਾਸਤੇ ਦੁਆਵਾਂ ਕਰਦੇ ਹਾਂ, परमात्मा ਤੁਹਾਨੂੰ ਸਲਾਮਤ ਰੱਖੇ, ਚੜ੍ਹਦੀਆਂ ਕਲਾਂ 'ਚ ਰੱਖੇ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਡਟ ਕੇ ਬਾਈ ਜੀ ਮੋਰਚੇ ਤੇ ਕਾਇਮ ਰਹੋ, ਅਸੀਂ ਤੁਹਾਡੇ ਨਾਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਬੇਨਤੀ ਜੋਦੜੀ
कुछ वड्डा कहने लग्या हाँ, कुछ उच्चा बोलने लग्या हाँ। रब्बा माफ करी। नाल खड़ी आशीर्वाद रखी, मेहर भरिया हथ रखी, लोड़ पैण दे बोल पुगा सकां मैं। सब तो गुरु फतेह, सत श्री अकाल। कुछ दिन पहला गया सी मैं शंभू, उतो बोलिया, विचार पेश किए, थोड़े साझे कीतियां अपने दिल के बलबले। बहुत सियासी लोगों के फोन आए, अग्रैसिवली अगे आ जा, इत्थे चले जा, ऐ कर लांगे, सरकार बना लांगे असीं इस पार्टी दे, उस पार्टी दे। बड़ी स्पष्ट गल एको ही मुकाउण लग्या। स्पैशली मैं मीडिया नूं कहांगा कि सिर्फ फोकस मेरे ते रखियो ते ये वीडियो मेरी कैप्टन अमरिंदर सिंह होना तक बहुत जरूरी है, पहुंचनी, पहुंचा दे। 1.5 साल हो गए मैं एक फाइल लैके दर दर धक्के खांदा फिरदा किसानी दे भले वास्ते। और सिर्फ 5 मिनट की प्रेजेंटेशन सी, पर थोड़े सके दलिया ने थोड़े तक मैनू पहुंचण नहीं दिता। हुण ये फाइल थोड़े दफ्तर च पहुंच गई है, पढ़ लियो, इंग्लिश च है, 7 पेज ने 8 ਉਹਦੇ ਚ। क्रॉप्स डाइवर्सिफिकेशन, फसली चक्कर तो किवें पंजाब नूं बचाया जा सकता, बचिया जा सकता है। ये 5 मिनट की प्रेजेंटेशन मैं थोड़े नाल साझा करता, पर असली सुनेहा सीएम साहब थोड़े तक, हमारा साहब थोड़े तक। ये सुन लियो, वो फाइल नूं मंगा के पढ़ लियो, उस लिखिया की है। सानू फसली चक्कर तोड़ना पैना, सानू चाहिदा, साडी समय की मंग है। उस 3 चीज़ां लिख के भेजिया ने। पहली कि साडी एक नोडल एजेंसी होएगी, सरकार ते किसानां दे विचाले साडी एक एजेंसी होएगी, जिहदी एक टीम होएगी। वो मैं टीम नूं रिप्रजेंट कर रहा, मैं कल्ला नहीं। इस वक्त मेरे नाल टीम खड़ी है, शाख साहब। सीधा स्पष्ट गल जिहड़ी मैनूं जट का हिसाब है भी जे दोवें फसलां जट दियां घरे सौखी संदी आ जाण तां 1 किले चों 50,000 बचदा। मैं 62,500 की गारंटी दिना, हुणी इत्थे खड़ा, मेरे तो लिखा लिओ, देखियो किते मैं मुकर जा, लिखा लिओ, बूठे लवा लिओ। 85 तो 87% पानी बचदा जे मेरी उस फाइल नूं तुसीं स्वीकार कर लो। 87% जे 100 लीटर एक दिन च पंजाब दा किसान पानी वरतदा तां 87 नहीं, सिर्फ 13 लीटर पानी वरतेगा, सिर्फ 13 लीटर। सिर्फ एक चीज है, एक का थोड़ा, एक का थोड़ा, एक का थोड़ा, एक का थोड़ियां सियासी रोटियां ना सेकण दी तमन्ना कामना ही थोड़ी कामयाबी है। जिथे तुसी आपस च अड होए नहीं, तुसी खत्म, तुसी खत्म हो। फिर ना सोचोगे बिल लागू नहीं होएगा, तो होगा। सिर्फ इन्हें एक चीज बचा सकती है, तुसी खुद, थोड़ा एक, और कुछ नहीं है। अज शिमले दे विच 8 घंटे बिजली बंद है, क्योंकि पंजाब सरकार ने एक फैसला लेना पिया मजबूरन कि साडा बिजली उत्पादन इन्ना घट है कि असीं तुहानूं हिमाचल नूं बिजली नहीं दे सकते। अज शिमले च 8 घंटे लाइट बंद रहे। कल नूं सानूं भी ये दिक्कत आउणी है, परसों नूं सानूं भी आउणी है। हो सकता 10 दिन में पंजाब बिल्कुल बंद हो जाए, अंधेरा हो जाए, साडे कोल कोला ना होवे, साडे कोल बिजली उत्पादन ना होवे। पर गल यह है कि सानू उदों हक खोने पैने ने, जिवें योगदान भाजी कह के गए ने, हक मंगिया मिले ने, दिते नहीं। सन 47 तो जिन्ने भी हक सी सानू खोने पए, चाहे वो आपदियां जमीनां सी, भावें जायदादां सी, भावें वो आपकी बोली सी, भावें वो पंजाब सी, भावें वो सानू जदों वड्ड के हरियाणा बनाया, हरियाणे की गल सी, जदों हिमाचल की गल सी, पानियां की गल सी, बीजां की गल सी। सो आप मुहारे ना तुरियो, कट्ठे होकर तुरियो, फैसला करके तुरियो। ऐसी कोई ताकत नहीं जिहड़ी तुहानू तोड़ सके। ਇਹ ਨਹੀਂ ਹੈਗਾ ਵੀ ਸਾਨੂੰ ਪਤਾ ਨਹੀਂ ਲੱਗਿਆ। ਜਿਹੜੇ ਬੁੱਧੀਜੀਵੀ ਲੋਕ ਸੀ ਜਾਂ ਜਿਹੜੇ ਲੋਕ ਸਾਡੇ ਆਗੂ ਸੀ, ਉਹਨਾਂ ਦੀ ਲੋਕਾਂ ਨੇ ਹੁਣ ਤੱਕ ਸੁਣੀ ਨਹੀਂ। ਕਿਉਂਕਿ ਜਿਹੜੇ ਸਿਆਸੀ ਲੋਕ ਹੈ 5 ਸਾਲਾਂ ਬਾਅਦ ਪਿੰਡਾਂ 'ਚ ਆਉਂਦੇ ਨੇ, ਭਾਵੇਂ ਉਹ ਅਕਾਲੀ ਹੋਣ, ਭਾਵੇਂ ਉਹ ਕਾਂਗਰਸ ਹੋਣ, ਭਾਵੇਂ ਉਹ ਕੇਜਰੀਵਾਲ ਹੋਵੇ, ਅਸੀਂ ਸਾਡੀ ਕੋਈ ਪਾਰਟੀ ਨਹੀਂ ਕਲਾਕਾਰਾਂ ਦੀ। ਇਸੇ ਤਰੀਕੇ ਨਾਲ ਜਿਹੜੇ ਲੋਕ ਸੀ ਵਿਚਾਰੇ ਭੋਲੇ ਭਾਲੇ ਲੋਕ, ਉਹਨਾਂ ਨੂੰ ਨਹੀਂ ਪਤਾ ਲੱਗਿਆ। ਹੁਣ 2022 ਆਉਣ ਵਾਲਾ, ਇਲੈਕਸ਼ਨ ਆ ਰਹੀ ਹੈ। ਮੈਨੂੰ ਇਹ ਲੱਗਦਾ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ, ਜੇ ਉਹ ਲੋਕਾਂ ਨੂੰ ਐਵੇਂ ਲਾਮਬੰਦ ਕਰਦੇ ਰਹੇ, ਲੋਕ ਇਸੇ ਤਰ੍ਹਾਂ ਜਾਗਦੇ ਰਹੇ, ਉਹ ਲੋਕ ਉਹਨਾਂ ਨੂੰ ਸਵਾਲ ਕਰਨਗੇ। ਤੇ ਸਾਡੇ ਜਿਹੜੇ ਪੰਜਾਬ ਦੇ ਜਾਂ ਹਰਿਆਣੇ ਦੇ ਲੀਡਰ ਆ, ਅਸੀਂ ਉਹਨਾਂ ਨੂੰ ਇਹ ਸਵਾਲ ਕਰਦੇ ਹਾਂ ਕਿ ਉਹ ਜਾ ਕੇ ਮੋਦੀ ਸਰਕਾਰ ਦੇ ਦੱਲੇ ਨਾ ਬਣਨ, ਉਹ ਲੋਕਾਂ ਦੇ ਆਗੂ ਬਣ ਕੇ ਰਹਿਣ। 2022 ਚ ਕਿਹਦਾ ਪੱਲਾ ਫੜਨਗੇ? ਪਹਿਲਾਂ ਕੇਜਰੀਵਾਲ ਦਾ ਪੱਲਾ ਫੜਿਆ, ਨਹੀਂ ਫੜਿਆ, ਅਕਾਲੀ ਦਲ ਦੇ ਫੜਦੇ ਰਹੇ। ਹੁਣ ਲੋਕ ਕਿੱਥੇ
ਮੈਨੂੰ ਇਹ ਲੱਗਦਾ ਕਿ ਘੱਟੋ ਘੱਟ ਲੋਕਾਂ ਨੂੰ ਤਾਨਾਸ਼ਾਹੀ ਹੈ ਜਿਹੜੀ ਉਹ ਤੋੜਨੀ ਪਊਗੀ, ਕਿਉਂਕਿ ਲੋਕਾਂ ਨੇ ਇਹ ਦੇਖ ਲਿਆ ਲੋਕ ਇਹੋ ਜਿਹਾ ਨੁਮਾਇੰਦਾ ਚੁਣਨ ਜ਼ਰੂਰੀ ਨਹੀਂ ਕਿ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ, ਉਹ ਅਕਾਲੀ ਹੋਵੇ, ਕਾਂਗਰਸ ਹੋਵੇ ਜਾਂ ਕੇਜਰੀਵਾਲ ਦੀ ਹੋਵੇ ਜਾਂ ਬੀਜੇਪੀ ਦਾ ਹੋਵੇ ਕੋਈ ਬੰਦਾ, ਪਰ ਉਹ ਲੋਕਾਂ ਦਾ ਬੰਦਾ ਹੋਵੇ, ਲੋਕਾਂ ਦੀ ਗੱਲ ਕਰੇ, ਲੋਕ ਹਿੱਤਾਂ ਲਈ ਲੜੇ। ਮੈਨੂੰ ਇਹ ਲੱਗਦਾ ਕਿ ਲੋਕਾਂ ਨੂੰ ਇਹੋ ਜਿਹਾ ਬੰਦਾ ਚੁਣਨਾ ਚਾਹੀਦਾ। ਪੰਜਾਬ ਸਾਡਾ ਹੈ ਹੀ ਖੇਤੀਬਾੜੀ ਤੇ ਨਿਰਭਰ, ਇਹ ਸਾਡਾ ਆਪਣਾ ਮੁੱਦਾ ਆ। ਤੇ ਇਹ ਜਿਹੜੇ ਕਾਨੂੰਨ ਆ ਕਿਸਾਨ ਵਿਰੋਧੀ ਹੈ, ਜਿਹੜੇ ਉਹ ਕਹਿੰਦੇ ਆ ਨਾ ਕਾਨੂੰਨ ਦੇ ਵਿੱਚ ਵੀ ਕੰਟਰੈਕਟ ਆ, ਤੁਸੀਂ ਕਿਤੇ ਵੀ ਵੇਚ ਸਕਦੇ ਹੋ ਜਾਂ ਤੁਸੀਂ ਕਿਸੇ ਨੂੰ ਵੀ ਦੇ ਸਕਦੇ ਹੋ। ਕੀ ਇੱਕ ਆਰਥਿਕ ਅਵਸਥਾ ਕਿਸਾਨ ਦੀ ਨਹੀਂ ਹੈਗੀ ਆ ਕਿ ਉਹ ਕਿਤੇ ਦੂਰ ਜਾ ਕੇ ਕਿਸੇ ਜਾ ਕੇ ਵੇਚ ਸਕੇ? ਉਹਦੇ ਕੋਲ ਇੰਨੀ ਫੈਸਿਲਿਟੀਜ਼ ਹੈਗੀਆਂ ਆ। ਦੂਸਰਾ ਜਿਹੜਾ ਉਹ ਕਹਿੰਦੇ ਕਿ ਕੰਟਰੈਕਟ ਤੁਸੀਂ ਕਰ ਸਕਦੇ ਹੋ ਕਾਰਪੋਰੇਟ ਸੈਕਟਰ ਦੇ ਨਾਲ ਕਿ ਤੁਹਾਡੀ ਫਸਲ ਇੰਨੇ ਤੇ ਚੱਕੀ ਜਾਊਗੀ, ਪਰ ਉੱਥੇ ਕਿਉਂ ਨਹੀਂ ਇਹ ਮੈਂਸ਼ਨ ਕਰਦੇ ਕਿ ਜੇ ਆਪਣਾ ਰੇਟ ਘੱਟ ਵੀ ਜਾਂਦਾ ਜਾਂ ਵੱਧ ਜਾਂਦਾ ਤਾਂ ਅਸੀਂ ਵੱਧ ਤੇ ਵੀ ਤੁਹਾਨੂੰ ਦੇਵਾਂਗੇ? ਤੇ ਉੱਥੇ ਇਹ ਕਿਉਂ ਨਹੀਂ ਲਿਖਿਆ ਜਾਂਦਾ ਕਿ ਜਿਹੜਾ ਰੇਟ ਤੈਅ ਆ ਉੱਤੇ ਹੀ ਚੱਕਿਆ ਜਾਊਗਾ? ਕਿਉਂਕਿ ਉੱਥੇ ਕਿਤੇ ਨਹੀਂ ਮੈਂਸ਼ਨ ਹੈਗਾ, ਕਿਉਂਕਿ ਉਹ ਬੰਦਾ ਕਿਸੇ ਵੇਲੇ ਵੀ ਤੁਹਾਨੂੰ ਕਹਿ ਸਕਦਾ ਤੁਹਾਡੀ ਕਣਕ ਮਾੜੀ ਆ, ਤੁਹਾਡਾ ਜੋ ਵੀ ਤੁਸੀਂ ਬੀਜਿਆ ਆ ਤੁਹਾਡੀ ਫਸਲ ਮਾੜੀ ਆ। ਤੇ ਇਹ ਸਾਰੀਆਂ ਜਿਹੜੀਆਂ ਧਾਰਨਾਵਾਂ ਬਣਾਈਆਂ, ਜੋ ਵੀ ਇਹਨਾਂ ਨੇ ਬਣਾਇਆ ਹੋਇਆ ਆਰਡੀਨੈਂਸ, ਇਹ ਸਾਰਾ ਹੀ ਆਪਣੇ ਵੱਲ ਕੀਤਾ ਹੋਇਆ, ਕਾਰਪੋਰੇਟ ਸੈਕਟਰ ਦੇ ਵੱਲ ਕੀਤਾ ਹੋਇਆ, ਆਮ ਬੰਦੇ ਦੇ ਦਰਦ ਨੂੰ ਨਕੌਰਿਆ ਕੀਤਾ ਹੋਇਆ। ਉਧਰ ਮੇਨ ਟੋਲ ਪਲਾਜ਼ੇ ਦੇ ਉੱਥੇ ਦੇਖ ਕੇ 10 ਬੰਦੇ ਬੈਠੇ, ਮੇਰਾ ਮਨ ਬੜਾ ਉਦਾਸ ਹੋਇਆ। ਮੈਂ ਕਿਹਾ ਯਾਰ, ਮਲਕੀਤ ਨੂੰ ਕਿਹਾ ਮੈਂ ਕਿਹਾ ਰੌਣੀ ਸਾਹਿਬ ਯਾਰ ਤੁਹਾਡੇ ਇਲਾਕੇ ਤਾਂ ਕੱਟ-ਕੁੱਟ ਹੈ ਨਹੀਂ ਗਾ, ਇਹ ਕੀ ਗੱਲ ਤੁਸੀਂ ਤਾਂ ਇੰਨੇ ਸਰਗਰਮ ਹੋ? ਕਹਿੰਦੇ ਉਹ ਤਾਂ ਹੀ ਤਾਂ ਮੈਂ ਥੋੜ੍ਹਾ ਜਿਹਾ ਜੋਸ਼ ਦਿਵਾਉਣ ਵਾਸਤੇ ਤੁਹਾਨੂੰ ਬੇਨਤੀਆਂ ਕਰ ਰਿਹਾ, ਸਾਰੇ ਆਪਾਂ ਇੱਕ ਦਿਨ ਮਿਲ ਕੇ ਚੱਲੀਏ। ਸਾਡਾ ਇਲਾਕਾ ਥੋੜ੍ਹਾ ਇਸ ਮਾਮਲੇ 'ਚ ਥੋੜ੍ਹਾ ਢਿੱਲਾ ਪਿੱਛੇ ਹੈ। ਅੱਜ ਹੁਣ ਜਦੋਂ ਇੱਥੇ ਆਏ, ਹੁਣ ਦੇਖਿਆ ਨਹੀਂ ਯਾਰ, ਥੋੜ੍ਹਾ ਲੋਕਾਂ ਨੂੰ ਖੁੱਲ੍ਹਣਾ ਦੇਣ ਦੀ ਲੋੜ ਹੈ। ਲੋਕ ਤਾਂ ਕੀ ਅੱਗ ਤਾਂ ਧੁਖ ਰਹੀ ਹੁੰਦੀ ਹੈ, ਮਾੜੀ ਜਿਹੀ ਫੂਕ ਮਾਰ ਦਿਓ ਫਿਰ ਲਾਟਾਂ ਫਿਰ ਨਿਕਲਦੀਆਂ ਨੇ। ਅੱਜ ਫੂਕ ਵੱਜ ਗਈ ਔਰ ਲੋਕਾਂ ਦਾ ਜੋਸ਼ ਵੀ ਦੇਖਿਆ। ਮੈਂ ਸਾਹਮਣੇ 2-3 ਬਜ਼ੁਰਗ ਦੇਖੇ, ਗੱਲ-ਗੱਲ 'ਤੇ ਅੱਖਾਂ ਭਿੱਜ ਆਉਂਦੀਆਂ ਸੀ ਉਹਨਾਂ ਦੀਆਂ ਪੰਜਾਬ ਦੀ ਹਾਲਤ ਦੇਖ ਕੇ। ਮੈਨੂੰ ਕਈ ਵਾਰੀ ਇਹੋ ਜਿਹੇ ਹਾਲਾਤ ਤੋਂ ਡਰ ਵੀ ਲੱਗਦਾ ਹੁੰਦਾ ਬਈ ਸਾਡੇ ਕਿਸਾਨ ਜਿਹੜੇ ਦਬੇ ਕੁਚੜੇ ਲਤੜੇ ਹੋਏ ਬੈਠੇ ਨੇ, ਕਿਧਰੇ ਇਹੋ ਜਿਹੇ ਇਮੋਸ਼ਨਲ ਸਪੀਚਾਂ ਸੁਣ ਕੇ ਕੋਈ ਬੰਦਾ ਗਲਤ ਕਦਮ ਉੱਠ ਕੇ ਚੱਕ ਕੇ ਉਹ ਨਾ ਕਰ ਲੇ।